ਦੇ ਗੁਰਾਂ ਦੀ ਕਹਿ ਦਿਓ ਵਾਹਿਗੁਰੂ ਵਾਹਿਗੁਰੂ। जैसे दशमेश माता, जैसे दशमेश माता गुजरी दलाल जी, जैसे दशमेश माता गुजरी दलाल जी। देश कौम युद्ध करे, देश कौम युद्ध होवे वार 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 जी, देश कौम युद्ध करे बार वार वार जी।
ਅੱਗ ਵਿੱਚ ਲਾਵੇ ਸਿੱਖ ਨੂੰ ਇਹ ਵਾਰ ਜੀ, ਬਾਬੇ ਅੱਗ ਵਿੱਚ ਲਾਵੇ ਸਿੱਖ ਨੂੰ ਇਹ ਵਾਰ ਜੀ। ਕਲਗੀ ਵਾਲਿਆ ਕੌਮ ਦੇ ਸ਼ਹਿਨਸ਼ਾਹ, ਤੇ ਮਿਲਦੀ ਜੱਗ ਵਿੱਚ ਤੇਰੀ ਮਿਸਾਲ ਕੋਈ ਨਾ। ਪੰਥ ਸਾਜਿਆ ਖੰਡੇ ਦੀ ਤਾਰ ਵਿੱਚੋਂ, ਤੇ ਇਹੋ ਜਿਹਾ ਕਮਾਲ ਕੋਈ ਨਾ। ਹੋਏ ਆਪੇ ਗੁਰੂ ਦੇ ਆਪੇ ਹੀ ਬਣੇ ਚੇਲਾ, ਹੋਏ ਆਪੇ ਗੁਰੂ ਦੇ ਆਪੇ ਹੀ ਬਣੇ ਚੇਲਾ, ਤੇ ਤੇਰੇ ਜਿਹਾ ਵੀ ਦੀਨ ਦਿਆਲ ਕੋਈ ਨਾ। ਸਭ ਕੁਝ ਵਾਰ ਕੇ ਵੀ ਖਿੜ ਹੱਸਦਾ ਏ, ਤੇ ਸਮਾਨ ਜੰਮਿਆ ਹੋ ਲਾਲ ਕੋਈ ਨਾ, ਤੇ ਸਮਾਨ ਜੰਮਿਆ ਹੋ ਲਾਲ ਕੋਈ ਨਾ। ਸੰਤਾਂ ਦਾ ਸਹਾਈ ਦੇ, ਸੰਤਾਂ ਦਾ ਸਹਾਈ ਦੇ, ਪਿਆਰਿਆਂ ਦੀ ਢਾਲ ਜੀ। ਸੰਤਾਂ ਦਾ ਸਹਾਈ ਦੇ, ਪਿਆਰਿਆਂ ਦੀ ਢਾਲ ਜੀ। ਸੰਤਾਂ ਦਾ ਸਹਾਈ ਦੇ, ਪਿਆਰਿਆਂ ਦੀ ਢਾਲ ਜੀ, ਢਾਲ ਜੀ। ਵਾਹਿਗੁਰੂ ਸਮੁੱਚੀ ਕਾਇਨਾਤ ਦੇ ਸਰਵਰ, ਕੁੱਲ ਜਹਾਨ ਦੇ ਵਾਲੀ, ਸਾਹਿਬ ਕਮਾਲ, ਚਵਰ ਛਤਰ ਤਖਤ ਦੇ ਮਾਲਕ, ਜਿਨ੍ਹਾਂ ਤੋਂ ਮਹਾਨ ਅਤੇ ਜਿਨ੍ਹਾਂ ਤੋਂ ਉੱਪਰ ਇਸ ਸੰਸਾਰ ਵਿੱਚ ਕੋਈ ਵੀ ਨਹੀਂ। ਸ਼ਬਦ ਗੁਰੂ, ਸਮਰੱਥ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਪ੍ਰਥਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਤੇ ਅਲਾਹੀ ਜੋਤ ਦੇ ਛੇਵੇਂ ਵਾਰਸ, ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮੇ ਯੋਧੇ ਸਤਿਗੁਰੂ ਸ੍ਰੀ ਅਕਾਲ ਤਖਤ ਸਾਹਿਬ ਕੇ ਸਿਰਜਕ ਮਹਾਨ ਸਤਿਗੁਰੂ, ਜਿਨ੍ਹਾਂ ਨੇ ਦੁਨਿਆਵੀ ਬਾਦਸ਼ਾਹਾਂ ਤੇ ਅਤੇ ਰਜਵਾੜਿਆਂ ਦੇ ਪੈਰਾਂ ਵਿੱਚ ਰੁਲਦੀ ਹੋਈ ਢਾਡੀ ਕਲਾ ਨੂੰ ਗੁਰੂ ਦੀ ਹਜ਼ੂਰੀ ਦਾ ਸ਼ਿੰਗਾਰ ਬਣਾਇਆ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਇਸ ਢਾਡੀ ਕਲਾ ਦੀ ਵਡਮੁੱਲੀ ਅਤੇ ਉੱਤਮ ਸੰਗੀਤਕ ਰਵਾਇਤ ਰਾਹੀਂ
ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਕੁਝ ਕੁ ਚੋਜ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਇਸ ਵੰਨਗੀ ਰਾਹੀਂ ਸੰਗਤ ਦੇ ਸਨਮੁਖ ਰੱਖਣ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਦਬ ਨੂੰ ਸਿਰ ਝੁਕਾਈਏ ਤੇ ਸਤਿਗੁਰਾਂ ਕੋ ਅਸੀਸ ਲਈਏ, ਇਜਾਜ਼ਤ ਲਈਏ ਤੇ ਫਤਿਹ ਅਰਜ਼ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸਾਂ ਦੇ ਜਥੇ ਤੋਂ ਪਹਿਲਾਂ ਆਪ ਸਭ ਸਤ ਸੰਗੀ ਜਨ ਪ੍ਰਥਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਉਸ ਰਵਾਬੀਆਂ ਦੀ ਰਵਾਇਤ ਰਾਹੀਂ ਆਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਤੋਂ ਸਰਵਣ ਕਰ ਰਹੇ ਸੀ। ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਮਿਸਾਲ ਹੈ ਕਿ ਕਿਸੇ ਧਰਮ ਦੇ ਰੱਬੀ ਕਲਾਮ ਨੂੰ ਸੰਗਤ ਵਿੱਚ ਪ੍ਰਚਾਰਨ ਅਤੇ ਪ੍ਰਸਾਰਨ ਵਾਸਤੇ ਜੋ ਰਵਾਇਤ ਦ੍ਰਿੜ ਕਰਵਾਈ ਗਈ, ਉਹ ਰਵਾਇਤ ਖੁਦ ਉਸ ਧਰਮ ਦੇ ਪੈਗੰਬਰ ਨੇ ਦ੍ਰਿੜ ਕਰਵਾਈ ਅਤੇ ਉਹ ਰਵਾਇਤ ਇੱਕ ਸੰਗੀਤਕ ਰਵਾਇਤ ਸੀ। ਸਾਧ ਸੰਗਤ ਜੀ, ਇਸ ਨੁਕਤੇ ਨੂੰ ਸਮਝਣ ਦਾ ਯਤਨ ਕਰਨਾ ਕਿ ਦੁਨੀਆ ਦੇ ਵਿੱਚ ਬਹੁਤ ਹੀ ਘੱਟ, ਕਹਿਣ ਤੋਂ ਭਾਵ ਜੇ ਘੱਟ ਵੀ ਕਹਿ ਲਈਏ, ਜੇ ਇਹ ਵੀ ਕਹਿ ਲਈਏ ਕਿ ਦੁਨੀਆ ਵਿੱਚ ਸਿਰਫ ਇੱਕੋ ਇੱਕ ਮਿਸਾਲ ਮਿਲਦੀ ਹੈ ਸਿੱਖ ਧਰਮ ਨਾਲ ਸੰਬੰਧਿਤ, ਕਿ ਜਦੋਂ ਸਿੱਖ ਧਰਮ ਦੇ ਅਕੀਦੇ ਨੂੰ, ਸਿੱਖ ਧਰਮ ਦਾ ਅਕੀਦਾ ਕੀ ਸੀ, ਸਿੱਖ ਧਰਮ ਦਾ ਅਕੀਦਾ ਨਿਰਮਲ ਪੰਥ ਦਾ ਅਕੀਦਾ, ਜਾਂ ਕਹਿ ਲਵੋ ਕਿ ਉਸ ਨਿਰਮਲ ਪੰਥ ਦੀ ਬੁਨਿਆਦ ਕੀ ਸੀ। ਉਸ ਨਿਰਮਲ ਪੰਥ ਦੀ ਬੁਨਿਆਦ ਧੁਰ ਕੀ ਬਾਣੀ ਸੀ, ਜੋ ਧੁਰ ਕੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਤੇ ਪਾਵਨ ਸਰੀਰ ਰਾਹੀਂ ਇਸ ਸੰਸਾਰ ਉੱਪਰ ਆਈ। ਜ਼ਰੀਆ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਹ ਪਾਵਨ ਸਰੀਰ, ਸਤਿਗੁਰਾਂ ਦੀ ਉਹ ਪਾਵਨ ਦੇਹ ਗੁਰਬਾਣੀ ਨੂੰ ਇਸ ਸੰਸਾਰ ਉੱਪਰ ਉਤਾਰਨ ਦਾ ਇੱਕ ਜ਼ਰੀਆ ਬਣੀ। ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਨੇ 10 ਜਾਮਿਆਂ ਦਾ ਸਫ਼ਰ ਕੀਤਾ ਅਤੇ ਸਿੱਖ ਧਰਮ ਦੇ ਅਕੀਦੇ ਅਤੇ ਸਿੱਖ ਧਰਮ ਦੀ ਬੁਨਿਆਦ ਇਸ ਧੁਰ ਕੀ ਬਾਣੀ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਸਤੇ ਜੋ ਸਤਿਗੁਰਾਂ ਨੇ ਰਵਾਇਤ ਮੁਕਰਰ ਕੀਤੀ, ਦ੍ਰਿੜ ਕਰਵਾਈ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਰਵਾਇਤ ਦ੍ਰਿੜ ਕਰਵਾਈ ਅਤੇ ਉਹ ਰਵਾਇਤ ਵੀ ਸੰਗੀਤਕ ਸੀ। ਸਿੱਖ ਧਰਮ ਤੋਂ ਇਲਾਵਾ ਹੋਰ ਧਰਮ, ਹੋਰ ਕੌਮਾਂ, ਜਿਨ੍ਹਾਂ ਕੌਮਾਂ ਦਾ ਆਧਾਰ ਧਰਮ ਹੈ, ਉਦਾਹਰਨ ਦੇ ਤੌਰ ਤੇ ਇਸਲਾਮ ਜੋ ਇੱਕ ਇਲਹਾਮੀ ਧਰਮ ਹੈ, ਇੱਕ ਪੈਗੰਬਰੀ ਧਰਮ ਹੈ, ਇਸ ਧਰਮ ਨਾਲ ਸੰਬੰਧਿਤ ਇਸ ਧਰਮ ਦੇ ਧਾਰਮਿਕ ਗ੍ਰੰਥ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਵਾਸਤੇ ਇਸ ਧਰਮ ਦੇ ਪੈਗੰਬਰ ਨੇ ਜੇਕਰ ਕੋਈ ਰਵਾਇਤ ਮੁਕਰਰ ਕੀਤੀ ਤਾਂ ਉਹ ਸੰਗੀਤਕ ਨਹੀਂ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਧੁਰ ਕੀ ਬਾਣੀ ਦਾ ਆਗਾਜ਼ ਕੀਤਾ, ਅਕਾਲ ਪੁਰਖ ਦੇ ਹੁਕਮ ਨਾਲ ਧੁਰ ਕੀ ਬਾਣੀ ਨੂੰ ਸਤਿਗੁਰਾਂ ਨੇ ਰਾਗਬੱਧ ਤਰੀਕੇ ਨਾਲ ਗਾਇਨ ਕਰਨ ਦੀ ਹਦਾਇਤ ਦਿੱਤੀ ਅਤੇ ਉਸ ਸਰੋਕਾਰ ਨੂੰ ਮੁੱਖ ਰੱਖ ਕੇ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਰਾਹੀਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਲੀ ਸਭ ਤੋਂ ਪਹਿਲੀ ਰਵਾਇਤ ਰਵਾਬੀਆਂ ਦੀ ਰਵਾਇਤ ਬਖਸ਼ਿਸ਼ ਕੀਤੀ। ਜਿਸ ਰਵਾਇਤ ਰਾਹੀਂ ਆਪ ਸਭ ਸਤ ਸੰਗੀ ਜਨਾਂ ਨੇ ਧੁਰ ਕੀ ਬਾਣੀ ਦਾ ਕੀਰਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਸਾਜੇ ਤੇ ਨਵਾਜੇ ਹੋਏ ਉਹਨਾਂ ਰਾਗੀ ਸਿੰਘਾਂ ਦੀ ਮੁਬਾਰਕ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸ ਜੋਤ ਨੇ 10 ਜਾਮਿਆਂ ਦਾ ਸਫ਼ਰ ਬਤੀਤ ਕੀਤਾ। ਸਮਾਂ ਉਹ ਸੀ ਜਦ ਮੁਗਲਿਆ ਹਕੂਮਤ ਨੂੰ ਕਾਇਮ ਹੋਏ ਨੂੰ 140 ਵਰ੍ਹੇ ਹੋ ਚੁੱਕੇ ਸਨ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੋ ਮੁਗਲਿਆ ਹਕੂਮਤ ਦੇ 80ਵੇਂ ਵਰ੍ਹੇ ਦੇ ਵਿੱਚ ਜਾ ਕਰਕੇ ਸ਼ਹੀਦ ਹੋਏ। 1606 ਨੂੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਵਿੱਚ ਉਸ ਸਮੇਂ ਅਕਾਲ ਪੁਰਖ ਕੇ ਸਵਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਬਿਰਾਜਮਾਨ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸ ਪਾਵਨ ਜੋਤ ਨੇ ਜੋਤ ਓਹਾ ਜੁਗਤ ਸਾਏ ਸ਼ਹਿਕਾਇਆ ਫੇਰ ਪਲਟੀ ਹੈ, ਝੂਲੇ ਸੋ ਛੱਤ ਨਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਇਹ ਗੱਲ ਸੰਗਤ ਦੇ ਨਾਲ ਸਾਂਝੀ ਕਰਨ ਤੋਂ ਮੇਰਾ ਭਾਵ ਇਹ ਹੈ, ਕਿਉਂਕਿ ਜੋ ਗੁਰਮਤ ਦਾ ਸਿਧਾਂਤ ਹੈ, ਗੁਰਮਤ ਦਾ ਅਕੀਦਾ ਇਹ ਹੈ ਕਿ 10 ਗੁਰੂ ਸਾਹਿਬਾਨ ਇੱਕ ਜੋਤ ਸਨ। ਜੋਤ ਜੋ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਉੱਪਰ ਆਈ। ਆਪ ਨਾਰਾਇਣ ਕਲਾ ਧਾਰ ਯਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਦੇ ਹੁਕਮ ਨਾਲ ਆਈ ਅਗੰਮੀ ਤੇ ਅਲਾਹੀ ਜੋਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਨੇ 10 ਜਾਮਿਆਂ ਦੇ ਵਿੱਚ ਜੁਗਤ ਵਲਟਾ ਕਰਕੇ ਇਸ ਸੰਸਾਰ ਉੱਪਰ ਰੂਹਾਨੀਅਤ ਦਾ ਨਿਰਵਿਘਨ ਵਰਤਾਰਾ ਵਰਤਾਇਆ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਆਪਣੇ ਸਿਖਰ ਤੇ 5ਵੇਂ ਜਾਮੇ ਵਿੱਚ ਵਿਚਰ ਰਹੀ ਸੀ,
ਇਸ ਸਮੇਂ ਦੇ ਦੌਰਾਨ ਸਤਿਗੁਰਾਂ ਨੇ ਨਿਰਮਲ ਪੰਥ ਸਿੱਖ ਪੰਥ ਦੀ ਪਕਿਆਈ ਨੂੰ ਐਨ ਆਪਣੇ ਸਿਖਰ ਤੇ ਪਹੁੰਚਾ ਦਿੱਤਾ। ਪੰਥ ਦੇ ਨਾਲ ਜੋ ਗ੍ਰੰਥ ਦੀ ਘਾਟ ਸੀ ਉਸ ਨੂੰ ਮੁੱਖ ਰੱਖ ਕੇ ਪੰਚਮ ਸਤਿਗੁਰਾਂ ਨੇ ਧੁਰ ਕੀ ਬਾਣੀ ਦਾ ਸੰਕਲਨ ਕੀਤਾ, ਸੰਪਾਦਨਾ ਕੀਤੀ। ਅੰਤ ਬਾਣੀ ਦੇ ਸੰਪਾਦਨ ਤੋਂ 2 ਸਾਲ ਬਾਅਦ ਅਕਾਲ ਪੁਰਖ ਵੱਲੋਂ ਆਏ ਹੁਕਮ ਦੇ ਤਹਿਤ ਮਾਨਵਤਾ ਦੀ ਭਲਾਈ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਤੀ ਤਵੀ ਤੇ ਬੈਠ ਕਰਕੇ ਸ਼ਹੀਦ ਹੋਏ। 1606 ਨੂੰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬੈਠ ਗਏ। ਹੁਣ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਰਾਹੀਂ ਹੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਸੰਸਾਰ ਉੱਪਰ ਆਉਣ ਦਾ ਪ੍ਰਕਰਨ ਪ੍ਰਾਰੰਭ ਹੋਇਆ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਉਹ ਪਿਤਾ ਵੀ ਧੰਨ ਹੈ, ਉਹ ਕੁਲ ਵੀ ਧੰਨ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਹ ਪਵਿੱਤਰ ਕੁਲ, ਜਿਸ ਕੁਲ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਹ ਨਿਰੰਜਨੀ ਤਖਤ ਹਾਸਲ ਹੋਇਆ, ਜਿਸ ਤਖਤ ਦੇ ਬਾਬਤ ਭਾਈ ਸੱਤਾ ਦੇ ਭਾਈ ਬਲਵੰਡ ਜੀ ਨੇ ਫਰਮਾਇਆ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵਦਾ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾਂ ਮਨ ਸੁਧਾਰਿਆ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਉਹ ਕੁਲ ਜਿਹੜੀ ਬਾਬਾ ਹਰਦਾਸ ਜੀ ਦੀ ਕੁਲ ਸੀ, ਜਿਹੜੀ ਕੁਲ ਭੱਟ ਸਾਹਿਬਾਨ ਦੇ ਅਨੁਸਾਰ ਬਾਬਾ ਠਾਕੁਰ ਜੀ ਦੀ ਜੋ ਕੁਲ ਸੀ, ਕਵ ਕਲ ਠਾਕੁਰ ਹਰਦਾਸ ਧਨੇ, ਗੁਰ ਰਾਮਦਾਸ ਸਰ ਅਭਰ ਭਰੇ। ਬਾਬਾ ਠਾਕੁਰ ਜੀ ਦੇ ਪੁੱਤਰ ਬਾਬਾ ਹਰਦਾਸ ਜੀ ਦੇ ਪੁੱਤਰ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਜੇਠੇ ਤੋਂ ਗੁਰੂ ਰਾਮਦਾਸ ਪਾਤਸ਼ਾਹ ਬਣੇ, ਜਿਨ੍ਹਾਂ ਦੀ ਕੁੱਲ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਆਈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਬੈਠਦਿਆਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਦਾ ਜੋ ਪ੍ਰਕਰਨ ਹੈ ਉਹ ਪ੍ਰਾਰੰਭ ਹੁੰਦਾ ਹੈ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਉਸ ਪਵਿੱਤਰ ਸਰੀਰ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਉਸ ਪਵਿੱਤਰ ਹੁਕਮ ਦੇ ਅਨੁਸਾਰ ਬਾਬਾ ਤਿਆਗਮਲ ਜੀ ਇਸ ਸੰਸਾਰ ਤੇ ਆਏ। 1621 ਈਸਵੀ ਨੂੰ ਬਾਬਾ ਤਿਆਗਮਲ, ਜਿਨ੍ਹਾਂ ਨੇ ਆਪਣੀ ਉਮਰ ਦੇ 13ਵੇਂ ਵਰੇ ਵਿੱਚ ਜਾ ਕਰਕੇ ਜੰਗੀ ਯੋਹਰਾਂ ਦੀ ਉਹ ਮਹਾਰਤ ਹਾਸਲ ਕਰ ਲਈ ਕਿ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਨੂੰ ਤੇਗ ਬਹਾਦਰ ਦਾ ਲਕਬ ਦੇਣਾ ਪਿਆ। ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਨਾਮ ਬਾਬਾ ਤਿਆਗਮਲ ਸੀ। ਬਾਬਾ ਤਿਆਗਮਲ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਜੰਗ, ਜਿਸ ਜੰਗ ਵਿੱਚ ਪੈਂਦੇ ਖਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਹੱਥੋਂ ਮਾਰਿਆ ਜਾਂਦਾ, ਇਸ ਜੰਗ ਵਿੱਚ 13 ਸਾਲ ਦੀ ਉਮਰ ਵਿੱਚ ਬਾਬਾ ਤਿਆਗਮਲ ਜੀ ਤੇਗ ਦੇ ਉਹ ਯੋਹਰ ਦਿਖਾਉਂਦੇ ਨੇ। ਉਹਨਾਂ ਤੋਂ ਖੁਸ਼ ਹੋ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਤੇਗ ਬਹਾਦਰ ਦਾ ਲਕਬ ਬਖਸ਼ਿਸ਼ ਕਰਦੇ ਨੇ। ਉਦੋਂ ਤੋਂ ਸਤਿਗੁਰਾਂ ਦਾ ਨਾਮ ਤੇਗ ਬਹਾਦਰ ਪ੍ਰਚਲਿਤ ਹੋਇਆ। ਸਤਿਗੁਰਾਂ ਨੇ ਆਪਣੀ ਜਵਾਨੀ ਦੀ ਦਹਲੀਜ਼ ਵਿੱਚ ਪੈਰ ਧਰਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਨਾਨਕੇ ਪਿੰਡ ਬਕਾਲੇ ਵਿਖੇ ਕਿਆਮ ਕੀਤਾ। ਬਕਾਲੇ ਦੀ ਧਰਤੀ ਤੇ ਕਈ ਸਾਲ ਸਤਿਗੁਰਾਂ ਨੇ ਅਕਾਲ ਪੁਰਖ ਦੀ ਆਰਾਧਨਾ ਕੀਤੀ। ਇਤਿਹਾਸਕਾਰ ਦੱਸਦੇ ਨੇ ਕਿ 26 ਤੋਂ 27 ਵਰੇ ਦੇ ਕਰੀਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਹੇ। ਜੋ ਸਤਿਗੁਰਾਂ ਦਾ ਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਜੋ ਪਹਿਲੀ ਲਿਖਤ ਹੈ, ਜਿਸ ਨੂੰ ਅਸੀਂ ਬਚਿੱਤਰ ਨਾਟਕ ਆਖਦੇ ਹਾਂ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਸਮਝਣ ਅਤੇ ਪੜ੍ਹਨ ਦਾ ਜਦੋਂ ਅਸੀਂ ਯਤਨ ਕਰਦੇ ਹਾਂ, ਜਿਵੇਂ ਪਿਛਲੇ ਦੀਵਾਨਾਂ ਵਿੱਚ ਮੈਂ ਆਪ ਜੀ ਦੇ ਨਾਲ ਸਤਿਗੁਰਾਂ ਦੇ ਜੀਵਨ ਦੇ ਜੋ ਅੰਤਲੇ 4 ਸਾਲ ਸਨ, 1704 ਤੋਂ ਲੈ ਕਰਕੇ 1708 ਤੱਕ, ਇਸ ਸਫ਼ਰੇ ਸ਼ਹਾਦਤ ਵਿੱਚ ਆਪ ਜੀ ਦੇ ਨਾਲ ਵਰਣਨ ਕਰਨ ਦਾ ਯਤਨ ਕੀਤਾ ਸੀ। ਸੋ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਵਰਣਨ ਕਰਨ ਦਾ ਯਤਨ ਕਰਦੇ ਹਾਂ ਜਾਂ ਪੜ੍ਹਨ ਦਾ ਯਤਨ ਕਰਦੇ ਹਾਂ, ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਇਤਿਹਾਸ ਕਿੰਨਾਂ ਲਿਖਤਾਂ ਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਗਿਆ। ਸਭ ਤੋਂ ਪਹਿਲਾਂ ਸਾਡੇ ਕੋਲ ਲਿਖਤੀ ਸਰੋਤ 10ਵੇਂ ਪਾਤਸ਼ਾਹ ਜੀ ਦੇ ਬਾਬਤ ਕਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ? ਸਭ ਤੋਂ ਪਹਿਲਾ ਲਿਖਤੀ ਸਰੋਤ ਬਚਿੱਤਰ ਨਾਟਕ ਹੈ। ਸਿੱਖ ਪੰਥ ਦੇ ਅੰਦਰ ਬਚਿੱਤਰ ਨਾਟਕ ਦੇ ਪ੍ਰਤੀ ਦੁਬਿਧਾਵਾਂ ਵੀ ਨੇ। ਬਚਿੱਤਰ ਨਾਟਕ ਦੇ ਪ੍ਰਤੀ ਵੱਖ-ਵੱਖ ਦਸਮ ਗ੍ਰੰਥ ਦੇ ਪ੍ਰਤੀ ਖਿਆਲ ਨੇ। 3 ਤਰ੍ਹਾਂ ਦੇ ਖਿਆਲ ਨੇ। ਮੈਂ ਸੰਗਤ ਵਿੱਚ ਗੱਲ ਸਾਂਝੀ ਕਰਨ ਤੋਂ ਸੰਕੋਚ ਨਹੀਂ ਕਰਾਂਗਾ। 3 ਤਰ੍ਹਾਂ ਦੇ ਸਾਧ ਸੰਗਤ ਜੀ ਖਿਆਲ ਨੇ। ਪਹਿਲਾ ਖਿਆਲ, ਇੱਕ ਵਿਦਵਾਨਾਂ ਦੀ ਲੜੀ ਉਹ ਹੈ ਜੋ ਕਹਿੰਦੀ ਹੈ ਕਿ ਦਸਮ ਗ੍ਰੰਥ ਸਾਰਾ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੈ।
दूजी लड़ी वो है जो जिन्हां दा ख्याल है कि दसम ग्रंथ सारा ही गुरु कलगीधर पातशाह जी का नहीं। तीसरा विचार है कि जो सिद्धांतक अते नितनेम दीयां बाणियां हन वो गुरु कलगीधर पातशाह जी दियां हन, बाकी दीयां रचनावां गुरु कलगीधर पातशाह जी दियां नहीं। पर इतिहासक तौर ते अते स्रोतां दे तौर ते, क्रोनोलॉजी दे तौर ते ਅਸੀਂ देखिए तो सतगुरां दे जीवन इतिहास नाल संबंधित सब तो पहला स्रोत ही बचित्र नाटक है। बचित्र नाटक तो बाद गुरु कलगीधर पातशाह महाराज जी दे 52 कवियां दे विचों कवि होए कवि सैनापत, जो अमृत छक के भाई सैना सिंह बने। उन्होंने सतगुरां दे ज्योति जोत समाउण तो 3 साल बाद एक किताब लिखी जिसका नाम रखिया श्री गुर सोभा, भाव दसम पातशाह जी की शोभा। इस तो बाद कवि सैनापत तो बाद एक जिक्र आउंदा बाबा कोयर सिंह जी का। बाबा कोयर सिंह जो बाबा बुढ़ा साहब जी की अंश वंश सन, उन्होंने गुरु कलगीधर पातशाह महाराज जी के जीवन उपर एक किताबचा लिखिया। उस तो बाद केसर सिंह छिब्बर का जिक्र आउंदा। केसर सिंह छिब्बर ने सन 1760-65 के करीब बंसावली नामा पातशाही 10वीं के सिरलेख हेठ एक किताबचा लिखिया। केसर सिंह छिब्बर तो बाद 19वीं सदी का दौर शुरू होया। उदों फिर गुरप्रताप सूरज प्रकाश ग्रंथ का जिक्र आउंदा, जो 10 भागां दे विच 10 गुरु साहबान की जीवनी काव रूप विच महाकवि संतोख सिंह जी ने लिखी, जिस ग्रंथ नूं गुरप्रताप सूरज प्रकाश ग्रंथ का नाम दिता। इस समय के दौरान 1841 नूं सूरज प्रकाश लिखिया गया, जिहदे विच गुरु कलगीधर पातशाह महाराज जी का विस्तारत जीवन 10वें भाग विच कवि संतोख सिंह जी ने लिखिया। ਇਹਦੇ ਤੋਂ 2 ਸਾਲ ਪਹਿਲਾਂ, माफ करना 1843 ਨੂੰ सूरज प्रकाश ग्रंथ 7 ਸਾਲ ਦੀ ਮਿਹਨਤ ਨਾਲ ਮੁਕੰਮਲ ਹੋਇਆ। सूरज प्रकाश ग्रंथ ਤੋਂ 2 ਸਾਲ ਪਹਿਲਾਂ 1841 ਨੂੰ प्राचीन पंथ प्रकाश लिखिया गया, जो सरदार रतन सिंह भंगू ने लिखिया। रतन सिंह भंगू सरदार महताब सिंह मीरा कोटिए के पोतरे सन। महताब सिंह मीरा कोटिए जिन्हां ने मस्से रंगड़ का सिर वड्डिया सी, ਉਹ सरदार रतन सिंह भंगू ने प्राचीन पंथ प्रकाश लिखिया, जिहदे विच 10 पातशाहियां का संखेप इतिहास ते मिसलां का विस्तारत इतिहास, महाराजा रणजीत सिंह दे राज की कैमी तक का विस्तारत इतिहास। उस तो बाद साडे कोल मुढ़ला एक वार्तक का ग्रंथ आउंदा। पहले ग्रंथ काव विच लिखे गए, फिर ज्ञानी ज्ञान सिंह जी जिन्हां दा ताल्लुकात सिंह सभा लहर दे नाल सी, ਗਿਆਨੀ ਗਿਆਨ ਸਿੰਘ ਜੀ ਨੇ 5 ਭਾਗਾਂ ਦੇ ਵਿੱਚ ਤਵਾਰੀਖ ਗੁਰੂ ਖਾਲਸਾ ਲਿਖਿਆ। ਤਵਾਰੀਖ ਗੁਰੂ ਖਾਲਸਾ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਭ ਤੋਂ ਪਹਿਲੀ ਵਾਰ, ਇੰਨੇ ਸਾਲਾਂ ਵਿੱਚ ਸਭ ਤੋਂ ਪਹਿਲੀ ਵਾਰ ਵਾਰਤਕ ਦੇ ਵਿੱਚ ਜੇਕਰ ਜੀਵਨ ਲਿਖਿਆ, ਉਹ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਇਸ ਸਮੇਂ ਦੇ ਦੌਰਾਨ ਹੀ ਇੱਕ ਹੋਰ ਗ੍ਰੰਥ ਹੋਇਆ ਸ਼੍ਰੀ ਗੁਰਪੰਥ ਪ੍ਰਕਾਸ਼, ਉਹ ਵੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਉਹ ਵੀ ਕਾਵ ਰੂਪ ਵਿੱਚ ਸੀ। ਉਹ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ, इन्हां ग्रंथां दे आधार ते ही बाद विच ਗਿਆਨੀ सोहन सिंह जी सीतल, प्रोफैसर साहिब सिंह, प्रिंसीपल सतबीर सिंह इत्यादि विद्वानां ने इन्हां मूल अते मुढ़ले स्रोतां दे आधार ते ही अपनियां अपनियां किताबां गुरु साहबान दे जीवनियां दे उपर आधारित लिखियां। हुण साध संगत जी, ਗਿਆਨੀ सोहन सिंह जी सीतल हुणां दीयां 2 किताबां ने सिख इतिहास दे सोमे, भाग पहला ते भाग दूजा। इन्हां किताबां विच उन्हां ने गुरु काल तो लै करके हुण तक जिन्ने भी सिख इतिहास दे सोमे हन, उन्हां सारियां दी समीक्षा लिखी है, सारियां बारे जानकारी दित्ती है। सो ये सी कि जिन्ना जिन्ना इतिहासक स्रोतां तो सानू गुरु कलगीधर पातशाह महाराज जी दे जीवन की जानकारी मिलती है, इन्हां स्रोतां दे आधार ते ही दास दी कोशिश रहेगी कि आप जी दे नाल गुरु कलगीधर पातशाह महाराज जी दे प्रकाश नाल संबंधित इतिहास ते सतगुरां दीयां 14 जंगां दे विचों पहली जंग आप जी दे नाल जो है वो सांझी कीती जावे। सो साध संगत जी, विचारां नूं समेटदियां होइयां, संखेप विच रखदियां होइयां मैं सांझ पावां, गुरु कलगीधर पातशाह महाराज जी दे प्रकाश दा बंद नूं श्री गुरु हरगोबिंद साहिब सच्चे पातशाह महाराज जी दे सपुत्र बाबा त्यागमल, जिन्हां नूं तेग बहादुर दा लकब सतगुरां ने बख्शिश कीता, बाबा बकाला साहब की धरती ते रहे, गुरु दियां गुरु पातशाह वालों दित्तियां हुई जिम्मेवारियां भी निभाउंदे रहे। तुसी अकाल पुरख दा हुक्म देखो, श्री गुरु हरगोबिंद पातशाह महाराज जी तो बाद गुरता गद्दी 6वें पातशाह जी दे पोतरे श्री गुरु हर राय पातशाह महाराज जी नूं प्राप्त हुई। श्री गुरु हर राय पातशाह जी बाबा गुरदित्ता जी दे सपुत्र सन।
ਸ਼੍ਰੀ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ 1644 ਤੋਂ ਲੈ ਕਰਕੇ 1661 ਤੱਕ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਗੁਰਤਾ ਗੱਦੇ ਦੀਆਂ ਜ਼ਿੰਮੇਵਾਰੀਆਂ ਸਤਿਗੁਰਾਂ ਨੇ ਨਿਭਾਈਆਂ। ਸਤਿਗੁਰਾਂ ਨੇ ਜੋਤੀ ਜੋਤ ਸਮਾਉਣ ਉਪਰੰਤ ਆਪਣੇ ਸੁਪੁੱਤਰ ਬਾਲਾ ਪ੍ਰੀਤਮ ਅਸ਼ਟਮ ਪਾਤਸ਼ਾਹ ਅਸ਼ਟਮ ਬਲਬੀਰਾ ਸਤਿਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤਮ, ਜਿਨ੍ਹਾਂ ਨੇ 1661 ਤੋਂ ਲੈ ਕੇ 1664 ਤੱਕ, ਇਹ ਥੋੜਾ ਜਿਹਾ ਸਮਾਂ ਕਿਉਂਕਿ ਛੋਟੀ ਆਯੂ ਵਿੱਚ ਹੀ ਸਤਿਗੁਰਾਂ ਦੀ ਜੋਤ ਉਸ ਨਿਰੰਕਾਰੀ ਜੋਤ ਨਾਲ ਸਮਿਲਿਤ ਹੋ ਗਈ। ਸਤਿਗੁਰਾਂ ਨੇ ਸਰੀਰ ਤਿਆਗਿਆ। ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਸ਼ਬਦ ਉਚਰੇ, ਉਹ ਜੋ ਆਪ ਸਭ ਜਾਣਦੇ ਹੋ। ਸਤਿਗੁਰਾਂ ਨੇ ਫਰਮਾਨ ਕੀਤਾ ਬਾਬਾ ਬਕਾਲਾ। ਦੋ ਸ਼ਬਦ ਸਨ, ਬਾਬਾ ਤੇ ਬਕਾਲਾ। ਇਸ਼ਾਰਾ ਸੀ ਸਾਡੇ ਤੋਂ ਬਾਅਦ ਜੋ ਸਤਿਗੁਰੂ ਹੋਏਗਾ ਉਹ ਬਕਾਲੇ ਦੀ ਧਰਤੀ ਤੇ ਹੈ ਤੇ ਰਿਸ਼ਤੇ ਵਿੱਚ ਸਾਡਾ ਬਾਬਾ ਹੈ। ਬਾਬੇ ਤੋਂ ਭਾਵ ਰਿਸ਼ਤੇ ਦੇ ਵਿੱਚ ਸਾਡੇ ਦਾਦਾ ਜੀ ਲੱਗਦੇ ਨੇ। ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸਕੇ ਭਰਾ ਸਨ। ਸੋ ਕਹਿੰਦੇ ਸੀ ਰਿਸ਼ਤੇ ਵਿੱਚ ਸਾਡੇ ਬਾਬਾ ਜੀ ਨੇ, ਸਾਡੇ ਦਾਦਾ ਜੀ ਨੇ ਤੇ ਬਕਾਲੇ ਦੀ ਧਰਤੀ ਤੇ ਨੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਨਾਲ ਜਿਉਂ ਕਰ ਸੂਰਜ ਨਿਕਲਿਆ, ਸਾਧ ਸੰਗਤ ਜੀ ਨੁਕਤਾ ਦੇਖੋ, ਜਿਵੇਂ ਅਸੀਂ ਕਹਿੰਦੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਬਾਰੇ ਭਾਈ ਗੁਰਦਾਸ ਜੀ ਨੇ ਫਰਮਾਇਆ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਕਿ ਸਤਿਗੁਰਾਂ ਦੇ ਪ੍ਰਕਾਸ਼ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ। ਹੁਣ ਤੁਸੀਂ ਦੇਖੋ, ਜਦੋਂ 9ਵੇਂ ਪਾਤਸ਼ਾਹ ਮਹਾਰਾਜ ਸਤਿਗੁਰੂ ਵਜੋਂ ਪ੍ਰਗਟ ਹੋਏ, ਸਿੱਖ ਸੰਗਤ ਦੇ ਸਾਹਮਣੇ ਜਦੋਂ 9ਵੇਂ ਗੁਰੂ ਵਜੋਂ ਪ੍ਰਗਟ ਹੋਏ ਤੇ ਬਾਬੇ ਬਕਾਲੇ ਦੀ ਧਰਤੀ ਤੇ ਅਗਿਆਨਤਾ ਦਾ ਰੂਪ, ਝੂਠ ਦਾ ਰੂਪ, ਕੂੜ ਦਾ ਰੂਪ, ਹਨੇਰੇ ਦਾ ਰੂਪ, 22 ਝੂਠੇ ਗੁਰੂ ਮੰਜੀਆਂ ਲਾ ਕੇ ਬੈਠੇ ਸਨ। ਜਦੋਂ ਸੂਰਜ ਵਾਂਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਵਡਿਆਈ ਸਾਰੇ ਸੰਸਾਰ ਦੇ ਸਾਹਮਣੇ ਆਈ, ਤਾਂ ਉਸ ਚੜ੍ਹਦੇ ਸੂਰਜ ਦੇ ਸਾਹਮਣੇ ਫਿਰ ਉਹ ਅਗਿਆਨਤਾ ਦਾ ਹਨੇਰਾ, 22 ਝੂਠੇ ਗੁਰੂ, ਉਹਨਾਂ ਨੂੰ ਬਕਾਲੇ ਦੀ ਧਰਤੀ ਤੇ ਪੈਰ ਰੱਖਣ ਵਾਸਤੇ ਵੀ ਥਾਂ ਨਾ ਲੱਭਾ। 1664 ਨੂੰ 9ਵੇਂ ਸਤਿਗੁਰ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਗੁਰਤਾ ਗੱਦੀ ਤੇ ਬੈਠਦਿਆਂ ਪ੍ਰਚਾਰ ਦੌਰੇ ਪ੍ਰਾਰੰਭ ਕੀਤੇ। ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੋਇਆ। ਪਟਨੇ ਦੀ ਧਰਤੀ ਤੇ ਕਿਉਂ ਹੋਇਆ, ਇਹਦਾ ਵੀ ਇੱਕ ਕਾਰਨ ਸੀ। ਉਹਦਾ ਕਾਰਨ ਇਹ ਸੀ ਕਿਉਂਕਿ 1664 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਹਿੰਦੇ ਨੇ। ਸਤਿਗੁਰਾਂ ਤੋਂ ਪਹਿਲਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ, ਜਿਨ੍ਹਾਂ ਨੇ ਆਪਣੇ 4 ਸਾਲ ਦੇ ਗੁਰਤਾ ਗੱਦੀ ਦੇ ਕਾਰਜਕਾਲ ਦੇ ਦੌਰਾਨ ਔਰੰਗਜ਼ੇਬ ਦੀਆਂ ਵਧੀਕੀਆਂ ਨੂੰ ਦੇਖਿਆ। 1658 ਨੂੰ ਔਰੰਗਜ਼ੇਬ ਤਖਤ ਤੇ ਬੈਠ ਚੁੱਕਾ ਸੀ। 58 ਤੋਂ ਲੈ ਕੇ 7 ਤੱਕ 50 ਸਾਲ ਔਰੰਗਜ਼ੇਬ ਨੇ ਰਾਜ ਕੀਤਾ। ਮਾਫ ਕਰਨਾ, 49 ਸਾਲ, 49.5 ਸਾਲ ਉਹਨੇ ਰਾਜ ਕੀਤਾ, ਅੱਧੀ ਸਦੀ ਰਾਜ ਕੀਤਾ। ਔਰੰਗਜ਼ੇਬ ਨੇ ਆਪਣੇ ਤਖਤ ਤੇ ਬੈਠਦਿਆਂ ਸਾਰ ਸਭ ਤੋਂ ਪਹਿਲਾਂ ਦੱਖਣ ਵੱਲ, ਕਿਉਂਕਿ ਦੱਖਣ 'ਚ ਸ਼ਿਵਾਜੀ ਮਰਾਠਾ, ਸ਼ਿਵਾਜੀ ਮਰਾਠੇ ਦਾ ਦੱਖਣ ਵਿੱਚ, ਸਾਊਥ ਵਿੱਚ ਮਹਾਰਾਸ਼ਟਰ, ਪੂਨਾ, ਤਾਮਿਲਨਾਡੂ ਇਤਿਆਦ, ਇਹ ਇਲਾਕੇ ਦੇ ਵਿੱਚ ਸ਼ਿਵਾਜੀ ਦਾ ਰਾਜ ਸੀ। ਔਰੰਗਜ਼ੇਬ ਨੇ ਦੱਖਣ ਉੱਪਰ ਮੁਗਲੀਆ ਪਰਚਮ ਲਹਿਰਾਉਣ ਵਾਸਤੇ ਉਧਰ ਪੂਰਬ ਵਿੱਚ ਅਸਾਮ ਦਾ ਇਲਾਕਾ ਤੇ ਪਟਨੇ ਦਾ ਇਲਾਕਾ, ਗੁਹਾਟੀ, ਢਾਕਾ ਇਤਿਆਦ, ਇੱਥੇ ਇਸਲਾਮ ਦਾ ਝੰਡਾ ਮੁਕਰਰ ਕਰਨ ਵਾਸਤੇ ਇੱਥੇ ਜ਼ੁਲਮਾਂ ਦੇ ਝੱਖੜ ਜਿਹੜੇ ਵਹਾ ਦਿੱਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦਿਆਂ ਸਾਰ ਮਾਝਾ, ਦੁਆਬਾ, ਮਾਲਵਾ ਇਤਿਆਦ ਥਾਵਾਂ ਚੋਂ ਹੋ ਕੇ ਫਿਰ ਸਤਿਗੁਰਾਂ ਨੇ ਮਾਖੋਵਾਲ, ਆਨੰਦਪੁਰ ਸਾਹਿਬ ਜਿੱਥੇ ਵਸਾਇਆ, ਇਹ ਮੁੱਲ ਜ਼ਮੀਨ, ਮਾਖੋਵਾਲ ਦੀ ਜ਼ਮੀਨ ਮੁੱਲ ਲਈ, ਉੱਥੇ ਚੱਕ ਨਾਨਕੀ ਵਸਾ ਕੇ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਲੈ ਕਰਕੇ ਈਸਟ ਵਿੱਚ ਪੂਰਬ ਵੱਲ ਨੂੰ ਚਲੇ ਗਏ। ਪਟਨਾ, ਅਸਾਮ। ਗੁਰੂ ਪਾਤਸ਼ਾਹ ਮਹਾਰਾਜ ਹਰਿਆਣਾ, ਹਰਿਆਣੇ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਇਲਾਕਾ ਲੰਘ ਕੇ ਲਖਨਊ ਸਤਿਗੁਰਾਂ ਨੇ ਕਿਆਮ ਕੀਤਾ। ਲਖਨਊ ਤੋਂ ਸਿੱਧੇ ਹੀ ਸਤਿਗੁਰੂ ਜੀ ਪਟਨਾ ਸਾਹਿਬ ਦੀ ਧਰਤੀ ਤੇ ਪੁੱਜੇ। 1666 ਦੇ ਚੜ੍ਹਦੇ ਮਹੀਨਿਆਂ ਦੇ ਦੌਰਾਨ ਮਹਾਰਾਜ ਪਟਨੇ ਪੁੱਜੇ। ਉਦੋਂ ਬਰਸਾਤੀ ਰੁੱਤ ਆ ਚੁੱਕੀ ਸੀ, ਬਰਸਾਤ ਤੋਂ ਬਾਅਦ ਸਰਦ ਰੁੱਤ ਆ ਚੁੱਕੀ। ਸਰਦ ਰੁੱਤ ਤੇ ਬਰਸਾਤ ਰੁੱਤ ਦੇ ਮੱਦੇ ਨਜ਼ਰ ਰੱਖਦੇ ਸਤਿਗੁਰੂ ਜੀ ਪਟਨਾ ਸਾਹਿਬ ਵਿਖੇ ਰੁਕੇ। ਪਟਨਾ ਸਾਹਿਬ ਵਿਖੇ ਹੀ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਤਾ ਨਾਨਕੀ ਜੀ ਕੌਣ ਸਨ? ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਦਾਦੀ ਜੀ ਸਨ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਤ ਮਹਿਲ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 3 ਮਹਿਲ ਸਨ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਜੀ। ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ। ਸੋ ਸਾਧ ਸੰਗਤ, ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ
ਸ਼ਹੀਦਾਂ ਦੇ ਸਰਤਾਜ ਸਤਿਗੁਰ ਜੀ ਪਟਨਾ ਸਾਹਿਬ ਵਿਖੇ ਆਪਣੇ ਸਾਰੇ ਹੀ ਪਰਿਵਾਰ ਨੂੰ ਛੱਡ ਕਰਕੇ ਮਹਾਰਾਜ ਜੀ ਨੂੰ ਬੁਲਾਵਾ ਆਇਆ ਕਿ ਆਪ ਜੀ ਅਸਾਮ ਵੱਲ ਆਓ। ਅਸਾਮ ਦੇ ਵਿੱਚ ਉੱਥੇ ਸਤਨਾਮੀਆਂ ਦੀ ਬਗਾਵਤ ਉੱਠੀ ਹੋਈ ਸੀ। ਇਤਿਹਾਸਕਾਰ ਦੱਸਦੇ ਨੇ ਸਤਨਾਮੀਆਂ ਵਿੱਚ, ਅਸਾਮੀਆਂ ਵਿੱਚ ਤੇ ਮੁਗਲ ਫੌਜਾਂ ਦਾ ਇੱਕ ਜੋ ਸਮਝੌਤਾ ਅਤੇ ਦੋਵਾਂ ਧਿਰਾਂ ਦੇ ਵਿੱਚ ਇੱਕ ਸੁਲ੍ਹਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਕਰਵਾਈ ਸੀ ਜਦੋਂ ਸਤਿਗੁਰੂ ਜੀ ਅਸਾਮ ਦੌਰੇ ਵਿੱਚ ਸਨ। ਇੱਥੇ ਹੀ 22 ਦਸੰਬਰ ਸਨ 1600 ਜਦੋਂ ਸਤਿਗੁਰੂ ਜੀ ਅਸਾਮ ਵਿਖੇ ਢਾਕੇ ਵਿਖੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਸਨ ਤਾਂ ਅਕਾਲ ਪੁਰਖ ਨੇ ਫਿਰ ਉਸ ਸਮੇਂ ਸਾਰੀ ਸ੍ਰਿਸ਼ਟੀ ਤੇ ਸਾਰੀ ਲੋਕਾਈ ਤੇ ਬਖਸ਼ਿਸ਼ ਕੀਤੀ। ਉਹ ਬਖਸ਼ਿਸ਼ ਇਹ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਸ ਸੰਸਾਰ ਉੱਪਰ ਆਗਮਨ ਹੋਇਆ। ਹੁਣ ਸਤਿਗੁਰਾਂ ਦਾ ਆਗਮਨ ਕਦੋਂ ਹੋਇਆ ਇਹ ਵੀ ਸਾਡੇ ਪੰਥ ਦੇ ਵਿੱਚ ਹੁਣ ਤਰੀਕਾਂ ਦੇ ਬਾਰੇ ਵੀ ਬੜੀ ਦੁਬਿਧਾ ਹੈ ਤੇ ਤਰੀਕਾਂ ਦੇ ਬਾਰੇ ਵੀ ਬਹੁਤ ਤੋਖਲਾ। ਮੈਂ ਤਰੀਕਾਂ ਦੇ ਸੰਬੰਧ ਵਿੱਚ ਇੱਕ ਗੱਲ ਕਹਿ ਕੇ ਅਗਾਂਹ ਚੱਲਾਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਵਧੀ ਅਤੇ ਸੁਦੀ ਵਾਲੇ ਕੈਲੰਡਰ ਦੇ ਅਨੁਸਾਰ ਪੌ ਸੁਦੀ 7ਵੀਂ ਨੂੰ ਅਤੇ ਬਿਕਰਮੀ ਸੂਰਜੀ ਦੇ ਆਧਾਰਿਤ ਸਤਿਗੁਰਾਂ ਦਾ ਪ੍ਰਕਾਸ਼ 13 ਪੋਹ ਨੂੰ ਜੋ ਹੁਣ 23 ਪੋਹ ਨੂੰ ਜਾ ਚੁੱਕਾ ਅਤੇ ਗ੍ਰਗੋਰੀਅਨ ਕੈਲੰਡਰ ਦੇ ਹਿਸਾਬ ਨਾਲ 22 ਦਸੰਬਰ 1666, ਜੂਲੀਅਨ ਕੈਲੰਡਰ ਦੇ ਹਿਸਾਬ ਨਾਲ 5 ਜਨਵਰੀ 1667 ਨੂੰ ਮੁੱਕਦੀ ਗੱਲ ਪੋਹ ਸੁਦੀ 7ਵੀਂ। ਮੌਜੂਦਾ ਸਮੇਂ ਵਿੱਚ ਪੋਹ ਸੁਦੀ 7ਵੀਂ ਦਾ ਜੋ ਦਿਨ ਹੈ ਉਹ 17 ਜਨਵਰੀ ਨੂੰ ਆਇਆ। ਸੋ ਇਹਨਾਂ ਕੈਲੰਡਰਾਂ ਇਹਨਾਂ ਤਰੀਕਾਂ ਦੇ ਆਧਾਰ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਸਤਿਗੁਰਾਂ ਦੇ ਪ੍ਰਕਾਸ਼ ਦੀ ਖਬਰ ਲੈ ਕਰਕੇ ਬਾਬਾ ਮਿਹਰ ਚੰਦ ਅਤੇ ਭਾਈ ਕਲਿਆਣ ਚੰਦ ਪਟਨੇ ਤੋਂ ਅਸਾਮ ਵੱਲ ਨੂੰ ਰਵਾਨਾ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਵਧਾਈ ਦਿੱਤੀ ਕਿ ਆਪ ਜੀ ਦੇ ਘਰ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ। ਆਪ ਜੀ ਕਿਰਪਾ ਕਰੋ ਸਾਹਿਬਜ਼ਾਦੇ ਦਾ ਨਾਮ ਮੁਕਰਰ ਕਰੋ। ਨੌਵੇਂ ਸਤਿਗੁਰ ਜੀ ਜੋ ਸਦਾ ਹੀ ਗੋਬਿੰਦ ਅਕਾਲ ਪੁਰਖ ਦੀ ਆਰਾਧਨਾ ਵਿੱਚ ਜੁੜੇ ਰਹਿੰਦੇ ਸਨ, ਸਤਿਗੁਰਾਂ ਨੇ ਅਕਾਲ ਪੁਰਖ ਦਾ ਧਿਆਨ ਧਰ ਕੇ ਫਰਮਾਇਆ ਸਾਹਿਬਜ਼ਾਦੇ ਦਾ ਨਾਮ ਗੋਬਿੰਦ ਰਾਏ ਰੱਖਿਆ ਜਾਵੇ। ਸਤਿਗੁਰਾਂ ਨੇ ਆਪਣੇ ਹੱਥ ਲਿਖਤ ਇੱਕ ਰੁੱਕੇ ਦੇ ਉੱਪਰ ਸਾਹਿਬਜ਼ਾਦੇ ਦਾ ਨਾਮ ਮੁਕਰਰ ਕਰਕੇ ਬਾਬਾ ਮਿਹਰ ਚੰਦ ਅਤੇ ਕਲਿਆਣ ਚੰਦ ਦੇ ਹੱਥ ਪਟਨੇ ਭੇਜਿਆ। ਮਾਤਾ ਗੁਜਰੀ ਜੀ ਨੂੰ ਉਹ ਰੁੱਕਾ ਫੜਾਇਆ। ਮਾਤਾ ਗੁਜਰ ਕੌਰ ਜੀ ਨੇ ਮਸਤਕ ਨੂੰ ਲਾ ਕਰਕੇ ਸਾਰੀ ਸੰਗਤ ਦੇ ਸਨਮੁਖ ਨਾਮ ਨਸ਼ਰ ਕੀਤਾ ਕਿ ਨੌਵੇਂ ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦੇ ਦਾ ਨਾਮ ਗੋਬਿੰਦ ਰਾਏ ਰੱਖਿਆ। ਸੋ ਸਾਧ ਸੰਗਤ ਜੀ, ਸਤਿਗੁਰਾਂ ਨੇ ਆਪਣੇ ਜੀਵਨ ਦੇ ਪਹਿਲੇ 5 ਸਾਲ, ਕਿਉਂਕਿ ਸਮਾਂ ਸੀਮਤ ਹੈ ਮੈਂ ਸੰਖੇਪ 'ਚ ਹੀ ਰੱਖਾਂ, ਸਤਿਗੁਰਾਂ ਨੇ ਆਪਣੇ ਜੀਵਨ ਦੇ ਪਹਿਲੇ 5 ਸਾਲ ਪਟਨਾ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ। ਜਿਵੇਂ ਮੈਂ ਆਪ ਜੀ ਦੇ ਨਾਲ ਸਤਿਗੁਰਾਂ ਦੇ ਇਤਿਹਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗ੍ਰੰਥਾਂ ਦੇ ਹਵਾਲੇ ਦਿੱਤੇ ਨੇ ਕਿ ਕਿੰਨਾ ਗ੍ਰੰਥਾਂ ਵਿੱਚ ਸਤਿਗੁਰਾਂ ਦੀ ਜੀਵਨੀ ਸਾਨੂੰ ਮਿਲਦੀ ਹੈ। ਇਹਨਾਂ ਗ੍ਰੰਥਾਂ ਦੇ ਵਿੱਚੋਂ ਤਵਾਰੀਖ ਗੁਰੂ ਖਾਲਸਾ ਅਤੇ ਸੂਰਜ ਪ੍ਰਕਾਸ਼ ਗ੍ਰੰਥ ਦੇ ਆਧਾਰ ਤੇ ਇੱਕ ਘਟਨਾ ਜੋ ਸਤਿਗੁਰਾਂ ਦੇ ਪ੍ਰਕਾਸ਼ ਦੇ ਸਮੇਂ ਬੜੀ ਅਹਿਮ ਘਟਨਾ ਸੀ ਉਹ ਵਾਪਰੀ। ਉਹ ਘਟਨਾ ਇਹ ਸੀ, ਸਾਧ ਸੰਗਤ ਜੀ ਸਮਝਣ ਦਾ ਯਤਨ ਕਰਿਓ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦਿਆਂ ਹੀ ਸੰਸਾਰ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਖੁਦਾਈ ਨੂਰ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਰੂਹਾਨੀਅਤ ਦੇ ਮੁਜੱਸਮੇ ਨੇ। ਸਤਿਗੁਰੂ ਜੀ ਅਕਾਲ ਪੁਰਖ ਦੇ ਰੂਪ ਨੇ, ਉਸ ਪਰਮਾਤਮਾ ਦੇ ਨੂਰ ਨੇ। ਇਹ ਦੁਨੀਆ ਨੂੰ ਪਹਿਲੇ ਸਾਲ ਹੀ, ਜਨਮ ਦੇ ਪਹਿਲੇ ਸਾਲ ਹੀ ਪਤਾ ਲੱਗ ਚੁੱਕਾ ਸੀ। ਉਹ ਕਿਵੇਂ ਲੱਗ ਚੁੱਕਾ ਸੀ? ਪਹਿਲਾ ਕਾਰਨ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤਾਂ ਦੇਵੀ ਦੇਵਤਿਆਂ ਨੇ ਉਸ ਆਕਾਸ਼ ਅਤੇ ਖੰਡਾਂ ਬ੍ਰਹਿਮੰਡਾਂ ਵਿੱਚ ਫੁੱਲਾਂ ਦੀ ਵਰਖਾ ਕੀਤੀ। ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਸਾਰੇ ਸੰਸਾਰ ਦੇ ਪਰਬਤ ਸਤਿਗੁਰਾਂ ਦੇ ਸਤਿਕਾਰ ਵਿੱਚ ਸਿਰ ਝੁਕਾ ਕੇ ਖਲੋ ਗਏ। ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤਾਂ ਦੁਨੀਆ ਦੇ ਸਮੁੰਦਰ ਅਤੇ ਦਰਿਆ ਜਿਨ੍ਹਾਂ ਨੇ ਆਪਣੇ ਵਹਿਣ ਠੱਲ ਲਏ, ਸਾਰੀ ਬਨਸਪਤੀ, ਸਾਰੀ ਕੁਦਰਤ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਕੁਦਰਤ ਨੂਰੋ ਨੂਰ ਹੋ ਚੁੱਕੀ ਸੀ। ਇਸ ਤੋਂ ਇਲਾਵਾ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਤਾਂ ਸਤਿਗੁਰਾਂ ਦੀ ਜੈ ਜੈਕਾਰ ਹੋਈ, ਪਰ ਇਸ ਮਾਤ ਲੋਕ ਉੱਪਰ ਵਸਦੇ ਰੱਬ ਦੇ ਪਿਆਰਿਆਂ ਵਿੱਚੋਂ ਇੱਕ ਹੋਇਆ ਸੈਯਦ ਪੀਰ ਭੀਖਨ ਸ਼ਾਹ। ਸੈਯਦ ਪੀਰ ਭੀਖਨ ਸ਼ਾਹ ਜੋ ਇੱਕ ਮੁਸਲਮਾਨ ਫਕੀਰ ਸੀ। ਗਿਆਨੀ ਗਿਆਨ ਸਿੰਘ ਜੀ ਅਤੇ ਮਹਾਕਵੀ ਸੰਤੋਖ ਸਿੰਘ ਜੀ ਨੇ ਉਹ ਘਟਨਾ ਦਾ ਵਰਣਨ ਕੀਤਾ ਕਿ ਸਤਿਗੁਰਾਂ ਨੇ ਆਪਣੇ ਜਨਮ ਦੇ ਪਹਿਲੇ ਸਾਲ 'ਚ ਹੀ ਸਤਿਗੁਰਾਂ ਨੇ ਉਹ ਰੂਹਾਨੀ ਚੋਜ ਲੋਕਾਂ ਨੂੰ ਵਿਖਾ ਦਿੱਤੇ ਸਨ। ਉਹ ਚੋਜ ਇਹ ਸੀ, ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤਾਂ ਇਸ ਦੁਨੀਆ ਤੇ ਵਸਣ ਵਾਲੇ ਰੱਬ ਦੇ ਪਿਆਰਿਆਂ ਨੇ ਮਹਿਸੂਸ ਕੀਤਾ
ਕਿ ਭਾਰਤ ਦੇ ਚੜ੍ਹਦੇ ਪਾਸੇ ਵੱਲ, ਇਸ ਦੁਨੀਆ ਦੇ ਚੜ੍ਹਦੇ ਪਾਸੇ ਵੱਲ ਕੋਈ ਖੁਦਾਈ ਨੂਰ ਇਸ ਸੰਸਾਰ ਤੇ ਆਇਆ। ਇਹਨਾਂ ਮਹਿਸੂਸ ਕਰਨ ਵਾਲਿਆਂ ਦੇ ਵਿੱਚੋਂ ਇੱਕ ਸੀ ਸੈਯਦ ਪੀਰ ਭੀਖਨ ਸ਼ਾਹ। ਸੈਯਦ ਘਰਾਣੇ ਵਿੱਚ ਸੀ, ਸੈਯਦ ਘਰਾਣੇ ਵਿੱਚੋਂ ਇਹਦਾ ਜਨਮ ਹੋਇਆ। ਸੈਯਦ ਪੀਰ ਭੀਖਨ ਸ਼ਾਹ ਜੋ ਮੁਸਲਮਾਨ ਸੀ, ਦਿਨ ਵਿੱਚ 5 ਵਕਤ ਦੀ ਨਮਾਜ਼ ਪੜ੍ਹਦਾ ਸੀ, ਸੂਫੀ ਸੀ। ਤੇ ਸੂਫੀਆਂ ਦੇ ਕਿਹੜੇ ਸਿਲਸਿਲੇ ਦੇ ਨਾਲ ਸੰਬੰਧਿਤ ਸੀ? ਸੂਫੀਆਂ ਦੇ 4 ਸਿਲਸਿਲੇ ਹੋਏ ਨੇ, ਚਿਸ਼ਤੀ, ਕਾਦਰੀ, ਸੋਹਰਾਵਾਦੀ ਅਤੇ ਨਕਸ਼ਬੰਦੀ। ਇਹਨਾਂ ਦੇ ਵਿੱਚੋਂ ਸੋਹਰਾਵਾਦੀ ਸਿਲਸਿਲੇ ਦੇ ਨਾਲ ਸੰਬੰਧਿਤ ਸੀ ਪੀਰ ਭੀਖਨ ਸ਼ਾਹ। ਚਿਸ਼ਤੀ ਸਿਲਸਿਲੇ ਦੇ ਨਾਲ ਸ਼ੇਖ ਬਾਬਾ ਫਰੀਦ ਜੀ ਸੰਬੰਧਿਤ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਹੁਣ ਪੀਰ ਭੀਖਨ ਸ਼ਾਹ ਜਿਹੜਾ ਦਿਨ ਵਿੱਚ 5 ਵਕਤ ਨਮਾਜ਼ ਪੜ੍ਹਦਾ ਸੀ, ਤੇ ਮੁਸਲਮਾਨਾਂ ਦਾ ਅਕੀਦਾ ਕਿ ਉਹ ਨਮਾਜ਼ ਲਹਿੰਦੇ ਪਾਸੇ ਵੱਲ ਨੂੰ ਮੂੰਹ ਕਰਕੇ ਪੜ੍ਹਦੇ ਨੇ, ਜਿਹੜੇ ਆ ਵੈਸਟ ਵੱਲ ਨੂੰ, ਪੱਛਮ ਦਿਸ਼ਾ ਵੱਲ ਨੂੰ। ਚਾਹੇ ਕਿਸੇ ਵੀ ਕੋਨੇ ਵਿੱਚ ਮੁਸਲਮਾਨ ਵਸੇ, ਉਹਨੇ ਨਮਾਜ਼ ਲਹਿੰਦੇ ਪਾਸੇ ਵੱਲ ਨੂੰ ਮੂੰਹ ਕਰਕੇ, ਜਿੱਧਰ ਸੂਰਜ ਡੁੱਬਦਾ ਉਧਰ ਨੂੰ ਮੂੰਹ ਕਰਕੇ ਉਹਨੇ ਨਮਾਜ਼ ਪੜ੍ਹਨੀ ਆ। ਜਿਵੇਂ ਸਾਨੂੰ ਸਤਿਗੁਰਾਂ ਨੇ 3 ਵਕਤ ਦਾ ਨਿਤਨੇਮ ਦਿੱਤਾ ਹੈ, ਅੰਮ੍ਰਿਤ ਵੇਲਾ, ਸ਼ਾਮ ਅਤੇ ਰਾਤ ਨੂੰ ਸੋਹਲਾ ਸਾਹਿਬ। ਮੁਸਲਮਾਨ ਦਿਨ ਵਿੱਚ 5 ਵਾਰ ਨਮਾਜ਼ ਪੜ੍ਹਦਾ ਅਤੇ 5 ਵਾਰ ਹੀ ਲਹਿੰਦੇ ਪਾਸੇ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦਾ। ਜਦੋਂ ਪੀਰ ਭੀਖਨ ਸ਼ਾਹ ਨੇ ਮਹਿਸੂਸ ਕੀਤਾ ਕਿ ਚੜ੍ਹਦੇ ਪਾਸੇ ਵਾਲਾ ਜੋ ਖੁਦਾਈ ਨੂਰ ਆਇਆ, ਉਸ ਨੇ ਸਵੇਰ ਦੀ ਨਮਾਜ਼ ਪੜ੍ਹੀ, ਉਸ ਨੇ ਫਜਰ ਦੀ ਨਮਾਜ਼ ਪੜ੍ਹੀ। ਫਜਰ ਦੀ ਨਮਾਜ਼ ਉਹਨੇ ਚੜ੍ਹਦੇ ਪਾਸੇ ਵੱਲ ਨੂੰ ਮੂੰਹ ਕਰਕੇ ਪੜ੍ਹੀ। ਉਹ ਕਿਉਂ? ਉਹਨੇ ਮਹਿਸੂਸ ਕੀਤਾ ਕਿ ਜਿਸ ਅੱਲਾ ਨੂੰ, ਜਿਸ ਖੁਦਾਈ ਨੂਰ ਨੂੰ ਮੈਂ ਲਹਿੰਦੇ ਪਾਸੇ ਵੱਲ ਨੂੰ ਮਹਿਸੂਸ ਕਰਦਾ, ਉਹ ਅੱਜ ਚੜ੍ਹਦੇ ਪਾਸੇ ਵੱਲ ਨੂੰ ਆ ਗਿਆ। ਸਤਿਗੁਰਾਂ ਦੇ ਜੀਵਨ ਦੇ ਪਹਿਲੇ 5 ਸਾਲ ਪਟਨੇ ਦੀ ਧਰਤੀ ਤੇ ਬਤੀਤ ਹੋਏ। ਅਨੇਕਾਂ ਚੋਜ ਨੇ। ਰਾਜਾ ਫਤਿਹ ਸ਼ਾਹ ਦੀ ਇਸਤਰੀ ਨੂੰ, ਰਾਜਾ ਫਤਿਹ ਸ਼ਾਹ ਦੀ ਧਰਮ ਪਤਨੀ ਜਿਹਦੇ ਔਲਾਦ ਨਹੀਂ ਸੀ, ਰਾਣੀ ਵਿਸ਼ੰਬਰਾ ਨੂੰ ਸਤਿਗੁਰੂ ਜੀ ਉਹਦੀ ਗੋਦ ਵਿੱਚ ਬੈਠ ਕਰਕੇ ਉਹਨੂੰ ਮਾਂ ਕਹਿੰਦੇ। ਰਾਜਾ ਸ਼ਿਵਦੱਤ ਜਿਹੜਾ ਰਾਮਚੰਦਰ ਦਾ ਪੁਜਾਰੀ ਸੀ, ਸਤਿਗੁਰਾਂ ਦੇ ਪਾਵਨ ਸਰੀਰ ਵਿੱਚੋਂ ਉਸ ਨੂੰ ਰਾਮਚੰਦਰ ਦੇ ਦੇਹ ਦੇ ਦੀਦਾਰ ਹੋਏ। ਉਹ ਸਤਿਗੁਰਾਂ ਨੂੰ ਅਵਤਾਰਾਂ ਦਾ ਅਵਤਾਰ ਤੇ ਨਬੀਆਂ ਦਾ ਨਬੀ ਸਮਝਦਾ। ਇਹਦਾ ਇਹ ਮਤਲਬ ਨਹੀਂ ਕਿ ਸਤਿਗੁਰਾਂ ਦੀ ਵਡਿਆਈ ਮੈਂ ਸਨਾਤਨਵਾਦ ਨਾਲ ਜੋੜ ਰਿਹਾ। ਉਹਦੇ ਵਾਸਤੇ ਰਾਮਚੰਦਰ ਹੀ ਸਭ ਕੁਝ ਸੀ, ਉਹਦੇ ਵਾਸਤੇ ਵੱਡਾ ਰਾਮਚੰਦਰ ਹੀ ਸੀ। ਉਹਨੂੰ ਸਤਿਗੁਰਾਂ ਵੱਲ ਜਦੋਂ ਦੇਖਦਾ ਤਾਂ ਉਹਦੀ ਤ੍ਰਿਪਤੀ ਹੁੰਦੀ। ਜਿਹੜਾ ਸੁੱਖ ਉਹਨੂੰ ਰਾਮਚੰਦਰ ਦੀ ਮੂਰਤੀ ਚੋਂ ਮਿਲਦਾ, ਉਹ ਸਤਿਗੁਰਾਂ ਦੇ ਦੀਦਾਰ ਕਰਕੇ ਮਿਲਦਾ ਪੰਡਤ ਸ਼ਿਵਦੱਤ ਨੂੰ। ਸੋ ਮੁੱਕਦੀ ਗੱਲ, ਆਪਣੀ ਉਮਰ ਦੇ 5ਵੇਂ ਸਾਲ ਸਤਿਗੁਰ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ। 5ਵੇਂ ਸਾਲ ਤੋਂ ਲੈ ਕਰਕੇ 9ਵੇਂ ਸਾਲ ਤੱਕ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਹਿਨੁਮਾਈ ਵਿੱਚ ਸਤਿਗੁਰਾਂ ਨੇ ਸਮਾਂ ਬਤੀਤ ਕੀਤਾ। ਮੈਂ ਸੰਖੇਪ 'ਚ ਹੀ ਰੱਖਾਂ। 9ਵੇਂ ਸਾਲ ਸਤਿਗੁਰਾਂ ਦੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸ਼ਹੀਦ ਹੋਏ। ਹੁਣ ਸਤਿਗੁਰ ਜੀ ਪਟਨੇ ਤੋਂ, ਅਸਾਮ ਤੋਂ ਪਟਨੇ ਤੋਂ ਅਨੰਦਪੁਰ ਸਾਹਿਬ ਕਿਉਂ ਆਏ? ਕਿਉਂਕਿ ਔਰੰਗਜ਼ੇਬ ਨੇ ਹੁਣ ਆਪਣੀਆਂ ਮੁਹਿੰਮਾਂ ਦਾ ਮੈਦਾਨ ਪੰਜਾਬ ਵਿੱਚ ਗਰਮ ਕਰ ਦਿੱਤਾ ਸੀ, ਪੰਜਾਬ ਤੇ ਕਸ਼ਮੀਰ। 1671 ਨੂੰ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਕਿ ਜਿੰਨੇ ਵੀ ਕਸ਼ਮੀਰੀ ਪੰਡਤ ਹੈ ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਤੇ 1671 ਨੂੰ ਹੀ ਸਤਿਗੁਰੂ ਜੀ ਅਸਾਮ ਤੋਂ ਅਨੰਦਪੁਰ ਸਾਹਿਬ ਵਿਖੇ ਆ ਗਏ, ਕਿਉਂਕਿ ਹੁਣ ਔਰੰਗਜ਼ੇਬ ਦੇ ਜ਼ੁਲਮਾਂ ਦਾ ਨਿਸ਼ਾਨਾ ਪੰਜਾਬ ਤੇ ਸੀ ਅਤੇ ਇਹ ਪਹਾੜ ਦੇ ਇਲਾਕਿਆਂ ਤੇ ਸੀ। ਸਤਿਗੁਰੂ ਜੀ 1675 ਨੂੰ ਸ਼ਹੀਦ ਹੋਏ। ਮਨੁੱਖੀ ਹੱਕਾਂ ਦੀ ਰਾਖੀ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਜਾ ਕਰਕੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖ ਹੋਇਆ, ਨਾਲ ਉਹਨਾਂ ਦੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਇਤਿਆਦਿ ਸ਼ਹੀਦ ਹੋਏ। ਇਹ ਇਤਿਹਾਸ ਦਾ ਵੱਖਰਾ ਪ੍ਰਕਰਨ ਹੈ, ਵੱਖਰਾ ਵਿਸ਼ਾ। ਸੋ ਮੁੱਕਦੀ ਗੱਲ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਉਮਰ ਦੇ 9ਵੇਂ ਸਾਲ ਨਰਿੰਜਨੀ ਤਖਤ ਤੇ ਆਪਣੇ ਗੁਰੂ ਪਿਤਾ ਤੋਂ ਬਾਅਦ 10ਵੇਂ ਸਤਿਗੁਰੂ ਵਜੋਂ ਸਿੱਖ ਸੰਗਤ ਦੇ ਸਨਮੁਖ ਮਕਬੂਲ ਹੋਏ। 9ਵੇਂ ਸਾਲ ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬੈਠਦਿਆਂ ਸਾਰ ਹੀ ਸੰਗਤ ਨੂੰ ਹੁਕਮਨਾਮੇ ਜਾਰੀ ਕੀਤੇ। ਆਪਣੇ ਦਾਦਾ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਹੁਣ ਸਮਾਂ ਜੰਗਾਂ ਤੇ ਯੁੱਧਾਂ ਦਾ ਆਏਗਾ, ਸਮਾਂ ਜੰਗਾਂ ਤੇ ਯੁੱਧਾਂ ਦਾ ਆਏਗਾ। ਚੰਗੇ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ, ਸੁੰਦਰ ਜਵਾਨੀਆਂ ਲੇਖੇ ਵਿੱਚ ਲਾਉਣ ਵਾਸਤੇ ਗੁਰੂ ਦਰਬਾਰ ਆਓ। ਪਾਤਸ਼ਾਹ ਜੀ ਦੇ ਹੁਕਮਨਾਮੇ ਅਜੇ ਵੀ ਮੌਜੂਦ ਹਨ, ਜਿਨ੍ਹਾਂ ਉੱਪਰ ਲਿਖਿਆ ਸੀ ਹਥਿਆਰ ਬੰਦ ਹੋ ਕਹਿਲੂਰ ਆਵਣਾ। ਮਾਝਾ, ਦੁਆਬਾ, ਮਾਲਵਾ ਇਤਿਆਦ ਇਲਾਕੇ ਦੇ ਸਿੱਖ ਹਥਿਆਰਬੰਦ ਹੋ ਕਰਕੇ ਕਹਿਲੂਰ ਆਨੰਦਪੁਰ ਸਾਹਿਬ ਵਿਖੇ ਆਉਣ ਲੱਗੇ। ਇਸ ਸਮੇਂ ਦੇ ਦੌਰਾਨ ਹੀ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਬਾਬਾ ਹਰਦਾਸ ਜੀ
ਉਹ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜੀਵਨੀ ਦੇ ਰਚੇਤਾ ਸਰਦਾਰ ਕੇਰ ਸਿੰਘ ਮਠਾਰੂ, ਉਹਨਾਂ ਨੇ ਇੱਕ ਗੱਲ ਬੜੀ ਅਲੌਕਿਕ ਸਾਂਝੀ ਕੀਤੀ। ਕਹਿੰਦੇ ਜਿਹੜਾ ਨਾਗਣੀ ਵਰਸ਼ਾ, ਕਿਉਂਕਿ ਉਦੋਂ ਸਤਿਗੁਰਾਂ ਨੇ ਹੁਕਮਨਾਮੇ ਜਾਰੀ ਕੀਤੇ ਸਨ ਕਿ ਚੰਗੇ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ ਤੇ ਸੁੰਦਰ ਜਵਾਨੀਆਂ ਲੇਖੇ ਵਿੱਚ ਲਾਉਣ ਵਾਸਤੇ ਆਓ। ਇਸ ਤੋਂ ਇਲਾਵਾ ਇੱਕ ਹੁਕਮ ਇਹ ਸੀ ਕਿ ਜਿਹੜਾ ਕੋਈ ਹਥਿਆਰ ਬਣਾਉਣਾ ਜਾਣਦਾ, ਜਿਹੜਾ ਕੋਈ ਸ਼ਸਤਰ ਬਣਾਉਣਾ ਜਾਣਦਾ, ਬੰਦੂਕਾਂ, ਤੀਰ ਕਮਾਨ ਇਤਿਆਦ ਬਣਾਉਣਾ ਜਾਣਦਾ, ਉਹ ਵੀ ਅਨੰਦਪੁਰ ਸਾਹਿਬ ਵਿਖੇ ਆ ਜਾਵੇ। ਉਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਬਾਬਾ ਹਰਦਾਸ ਜੀ ਵੀ ਮਾਝੇ ਵਿੱਚੋਂ ਸਿੱਖਾਂ ਦਾ ਜਥਾ ਲੈ ਕਰਕੇ ਅਨੰਦਪੁਰ ਸਾਹਿਬ ਵਿਖੇ ਪੁੱਜੇ। ਸਰਦਾਰ ਬਾਬਾ ਹਰਦਾਸ ਜੀ ਨੇ, ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਨੇ ਬਹੁਤ ਹਥਿਆਰ ਬਣਾਏ। ਲੋਹਗੜ੍ਹ ਦਾ ਕਿਲਾ ਹਥਿਆਰਾਂ ਦਾ ਕਾਰਖਾਨਾ ਸੀ। ਉਸ ਕਾਰਖਾਨੇ ਦੇ ਇੰਚਾਰਜ ਬਾਬਾ ਹਰਦਾਸ ਜੀ ਸਨ। ਤੇ ਇਹ ਵੀ ਆਖਿਆ ਜਾਂਦਾ ਕਿ ਜਿਸ ਨਾਗਣੀ ਬਰਸ਼ੇ ਦੇ ਨਾਲ ਸਰਦਾਰ ਬਚਿੱਤਰ ਸਿੰਘ ਨੇ ਹਾਥੀ ਦਾ ਮੱਥਾ ਪਾੜਿਆ, ਉਹ ਨਾਗਣੀ ਬਰਸ਼ਾ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਦੇ ਹੱਥਾਂ ਦਾ ਬਣਿਆ ਹੋਇਆ ਸੀ। ਸਾਧ ਸੰਗਤ ਜੀ, ਇਸ ਤਰੀਕੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਦੀ ਸ਼ਕਤੀ ਦੇ ਵਿੱਚ ਇਜ਼ਾਫਾ ਕੀਤਾ। 1675 ਨੂੰ ਗੁਰਤਾ ਗੱਦੀ ਤੇ ਬੈਠੇ। ਗੁਰਤਾ ਗੱਦੀ ਤੇ ਬੈਠਦਿਆਂ 11 ਸਾਲ ਤੱਕ, 1675 ਤੋਂ ਲੈ ਕੇ 1686 ਤੱਕ 11 ਸਾਲ ਬਣ ਗਏ। 1686 ਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਮਹਾਰਾਜ ਨੇ ਕਿਹਾ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ। ਲੋਕ ਹੋਲੀ ਖੇਡਦੇ ਨੇ, ਇੱਕ ਦੂਜੇ ਉੱਪਰ ਗੰਦਗੀ ਸੁੱਟਦੇ, ਰੰਗ ਸੁੱਟਦੇ ਆ। ਸਤਿਗੁਰਾਂ ਆਖਿਆ ਸਿੱਖ ਹੋਲਾ ਮਹੱਲਾ ਖੇਡਣਗੇ, ਹੋਲੇ ਮਹੱਲੇ ਤੇ ਜੰਗੀ ਕਰਤਬ, ਤੀਰ ਅੰਦਾਜ਼ੀ, ਸ਼ਸਤਰ ਵਿਦਿਆ ਦੇ ਜੋਹਰ ਆਪਣੇ ਸਤਿਗੁਰੂ ਨੂੰ ਦਿਖਾਉਣਗੇ ਤੇ ਕਰਤ ਵਿਦਿਆ ਦੇ, ਸ਼ਸਤਰ ਵਿਦਿਆ ਦੇ ਅਭਿਆਸ ਕਰਨਗੇ। 1686 ਨੂੰ ਸਤਿਗੁਰਾਂ ਨੇ ਹੋਲੇ ਮਹੱਲੇ ਦੀ ਪਰੰਪਰਾ ਬਖਸ਼ਿਸ਼ ਕਰ ਦਿੱਤੀ। ਸਤਿਗੁਰ ਜੀ ਜੰਗੀ ਲਿਬਾਸ ਪਹਿਨ ਕੇ ਕਦੀ ਮਾਝਾ ਸਤਿਗੁਰ ਜੀ ਜੰਗੀ ਲਿਬਾਸ ਪਹਿਨ ਕੇ ਆਨੰਦਪੁਰ ਤੋਂ ਰੋਪੜ, ਆਨੰਦਪੁਰ ਸਾਹਿਬ ਤੋਂ ਚਮਕੌਰ, ਕਦੇ ਕੁਰਕਸ਼ੇਤਰ, ਕਦੇ ਮਾਹਲਪੁਰ ਤੱਕ, ਹੁਸ਼ਿਆਰਪੁਰ ਦੇ ਏਰੀਏ ਤੱਕ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਉਂਦੇ ਰਹੇ। ਸਤਿਗੁਰਾਂ ਦੀ ਚੜ੍ਹਤ ਤੋਂ ਹੁਣ ਪਹਾੜੀ ਰਾਜੇ ਕੰਬ ਉੱਠੇ ਸਨ, ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਹੁਣ ਯੁੱਧ ਛੇੜਨਾ ਸੀ। ਪਹਿਲਾ ਯੁੱਧ ਛਿੜਿਆ ਗਿਆ। 1686 ਨੂੰ ਹੋਲੇ ਮਹੱਲੇ ਦੀ ਪਰੰਪਰਾ ਬਖਸ਼ਿਸ਼ ਕੀਤੀ। ਹੋਲੇ ਮਹੱਲੇ ਦੀ ਪਰੰਪਰਾ ਤੋਂ 2 ਸਾਲ ਬਾਅਦ ਸਤਿਗੁਰਾਂ ਦੇ ਜੀਵਨ ਦਾ ਪਹਿਲਾ ਯੁੱਧ ਹੋਇਆ, ਜਿਹਨੂੰ ਭੰਗਾਣੀ ਦਾ ਯੁੱਧ ਆਖਿਆ ਜਾਂਦਾ। ਸਾਧ ਸੰਗਤ ਜੀ, ਜਿਹਨੂੰ ਭੰਗਾਣੀ ਦਾ ਯੁੱਧ ਆਖਿਆ ਜਾਂਦਾ, ਇਹ ਭੰਗਾਣੀ ਦਾ ਯੁੱਧ ਉਦੋਂ ਹੋਇਆ ਜਦੋਂ ਸਤਿਗੁਰਾਂ ਦੀ ਉਮਰ 22 ਸਾਲ ਦੀ ਸੀ। ਚੜ੍ਹਦੀ ਜਵਾਨੀ ਸਤਿਗੁਰੂ ਜੀ, ਚੜ੍ਹਦੀ ਜਵਾਨੀ, ਸੁੰਦਰ ਜਵਾਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ 22 ਸਾਲ ਦੀ ਉਹ ਚੜ੍ਹਦੀ ਜਵਾਨੀ ਦੀ ਉਮਰ, ਜਦੋਂ ਸਤਿਗੁਰਾਂ ਦੇ ਸਰੀਰ ਵਿੱਚ ਅਥਾਹ ਜ਼ੋਰ, ਅਥਾਹ ਜੋਸ਼ ਤੇ ਅਥਾਹ ਫੁਰਤੀ ਸੀ। ਸਤਿਗੁਰਾਂ ਨੇ ਆਪਣੀ ਉਮਰ ਦੇ 22ਵੇਂ ਸਾਲ ਵਿੱਚ ਪਹਿਲੀ ਜੰਗ ਲੜੀ। ਇਹ ਭੰਗਾਣੀ ਦੇ ਮੁਕਾਮ ਤੇ ਹੋਈ। ਜੰਗ ਦਾ ਆਗਾਜ਼ ਕਿਵੇਂ ਹੋਇਆ? ਜੰਗ ਦਾ ਆਗਾਜ਼ ਕਿਵੇਂ ਹੋਇਆ? ਮੈਂ ਉਹਦੀ ਇੱਕ ਵੰਨਗੀ ਆਪ ਜੀ ਦੇ ਨਾਲ ਢਾਡੀ ਕਲਾ ਰਾਹੀਂ ਪੇਸ਼ ਕਰਨ ਦਾ ਯਤਨ ਕਰਾਂਗਾ। ਜੰਗ ਦਾ ਆਗਾਜ਼ ਕਿਵੇਂ ਹੋਇਆ? 1686 ਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਹੋਲੇ ਮਹੱਲੇ ਦੀ ਬਖਸ਼ਿਸ਼ ਨਾਲ ਹੀ ਸਤਿਗੁਰਾਂ ਨੇ ਕੌਮ ਨੂੰ ਇੱਕ ਨਗਾਰਾ ਬਖਸ਼ਿਸ਼ ਕੀਤਾ। ਜਦੋਂ ਸਾਧ ਸੰਗਤ ਜੀ ਨਗਾਰਾ ਵੱਜਦਾ, ਨਗਾਰਾ ਵਜਾਉਣ ਦਾ ਹੁਕਮ ਰਾਜਿਆਂ ਤੇ ਮਹਾਰਾਜਿਆਂ ਨੂੰ ਹੋਇਆ ਕਰਦਾ, ਤੇ ਸਿੱਖ ਆਪਣੇ ਗੁਰੂ ਨੂੰ ਦੀਨ ਦੁਨੀ ਦਾ ਸੱਚਾ ਪਾਤਸ਼ਾਹ ਕਹਿ ਕੇ ਸੰਬੋਧਨ ਕਰਦੇ ਸਨ। ਸਤਿਗੁਰੂ ਸੱਚਾ ਪਾਤਸ਼ਾਹ, ਕੂੜੇ ਬਾਦਸ਼ਾਹ ਦੁਨਿਆਵੇ। ਸਤਿਗੁਰੂ ਦੀ ਸ਼ਾਨ ਦੇ ਸਾਹਮਣੇ ਬਾਕੀ ਬਾਦਸ਼ਾਹ ਝੂਠੇ ਨੇ। ਜਿਵੇਂ ਢਾਡੀ ਨੱਥਾ ਤੇ ਢਾਡੀ ਅਬਦੁੱਲਾ ਨੇ ਫਰਮਾਇਆ ਸੀ 6ਵੇਂ ਪਾਤਸ਼ਾਹ ਜੀ ਦੇ ਬਾਰੇ, ਸੱਚਾ ਤਖਤ ਸਹਾਇਓ ਸ਼੍ਰੀ ਗੁਰ ਪਾਇਕ ਹੈ, ਸ਼ਬ ਬਰਨੀ ਨਹਿ ਜਾਏ, ਕਹੋ ਕਿਆ ਗਾਇਕ ਹੈ, ਰਵ ਸਸ ਭਏ ਮਲੀਨ, ਸੋ ਦਰਸ ਦਿਖਾਇਕ ਹੈ, ਸ਼੍ਰੀ ਗੁਰ ਤਖਤ ਬਰਾਜੇ। ਤਖਤ ਤੇ ਕੌਣ ਬਰਾਜਦਾ? ਤਖਤ ਤੇ ਬਾਦਸ਼ਾਹ ਬਰਾਜਦੇ ਨੇ। ਤਖਤ ਤੇ ਮਹਾਰਾਜੇ ਤੇ ਸੱਚੇ ਪਾਤਸ਼ਾਹ ਬਰਾਜਦੇ ਨੇ। ਸ਼੍ਰੀ ਗੁਰ ਤਖਤ ਬਰਾਜੇ, ਪ੍ਰਭੂ ਧਿਆਇਕ ਹੈ, ਢਾਡੀ ਅਬਦੁੱਲ ਔਰ ਨੱਥਾ ਜਸ ਕਹੇ ਸੁਨਾਇਕ ਹੈ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਸਤਿਗੁਰਾਂ ਦੀ ਸ਼ਾਨ ਨੂੰ ਗੁਰੂ ਕੇ ਢਾਡੀਆਂ ਨੇ ਵਰਣਨ ਕੀਤਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਹੋਲੇ ਮਹੱਲੇ ਦੇ ਨਾਲ ਸਿੱਖ ਕੌਮ ਨੂੰ ਹੁਣ ਨਗਾਰਾ ਬਖਸ਼ਿਸ਼ ਕੀਤਾ। ਨਗਾਰਾ ਵੀ ਬਾਦਸ਼ਾਹ ਤੇ ਰਾਜੇ ਵਜਾਇਆ ਕਰਦੇ ਸਨ। ਜਦੋਂ ਸਤਿਗੁਰਾਂ ਨੇ ਨਗਾਰਾ ਕੌਮ ਨੂੰ ਬਖਸ਼ਿਸ਼ ਕੀਤਾ, ਆਨੰਦਪੁਰ ਸਾਹਿਬ ਤੋਂ ਆਸਾ ਜੀ ਦੀ ਵਾਰ ਦੇ ਦੀਵਾਨ ਤੋਂ ਬਾਅਦ ਸਤਿਗੁਰ ਜੀ ਸ਼ਿਕਾਰ ਖੇਡਣ ਚੜ੍ਹਦੇ। ਸ਼ਿਕਾਰ ਖੇਡਣ ਤੋਂ ਪਹਿਲਾਂ ਸਤਿਗੁਰ ਜੀ ਨਗਾਰਾ ਵਜਾਉਂਦੇ।
ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਮੌਜ ਵਿੱਚ ਆਏ। ਸਤਿਗੁਰਾਂ ਨੇ ਆਸਾ ਜੀ ਦੀ ਵਾਰ ਦੇ ਦੀਵਾਨ ਤੋਂ ਬਾਅਦ ਦੀਵਾਨ ਨੰਦ ਚੰਦ ਨੂੰ ਹਦਾਇਤ ਕੀਤੀ ਕਿ ਜਿਹੜਾ ਰਣਜੀਤ ਨਗਾਰਾ ਅਸੀਂ ਮੜਿਆ, ਜਿਹਦਾ ਦੁਨੀਆ ਦੇ ਵਿੱਚ ਕੋਈ ਸਾਨੀ ਨਹੀਂ, ਜਿਹਦੇ ਆਕਾਰ ਦਾ, ਜਿਹਦੀ ਗੂੰਜ ਦਾ ਦੁਨੀਆ ਵਿੱਚ ਕੋਈ ਨਗਾਰਾ ਸਾਨੀ ਨਹੀਂ, ਰਣਜੀਤ ਨਗਾਰੇ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਉੱਚੀ ਚੋਟੀ ਤੇ ਸਥਾਪਿਤ ਕੀਤਾ ਜਾਵੇ। ਮੌਜ ਵਿੱਚ ਆਏ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 52 ਮਾਤਰਾਂ ਦਾ ਤਰਾਨਾ ਲਿਖਿਆ। ਇਹ ਤਰਾਨਾ ਕੀ ਆ? ਤਬਲੇ ਦੀ ਵਿਦਿਆ ਨਾਲ ਸੰਬੰਧਿਤ ਵੀਰ ਹੋਣਗੇ, ਜਿਵੇਂ 3 ਤਾਲ ਦੇ 16 ਮਾਤਰੇ ਨੇ, 1 ਤਾਲ ਦੇ 11 ਮਾਤਰੇ ਨੇ, ਇਸੇ ਤਰੀਕੇ ਨਾਲ 52 ਮਾਤਰਾਂ ਦਾ ਤਰਾਨਾ ਬਣਾ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਏਲਚੀਆਂ ਨੂੰ ਦਿੱਤਾ ਕਿ ਰਣਜੀਤ ਨਗਾਰੇ ਤੇ 52 ਮਾਤਰੇ ਵਜਾਏ ਜਾਣ। ਸਤਿਗੁਰਾਂ ਦੇ ਹੁਕਮ ਦੀ ਤਾਮੀਲ ਹੋਈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਚੋਟੀ ਤੇ ਰਣਜੀਤ ਨਗਾਰਾ ਸਥਾਪਿਤ ਕੀਤਾ। ਸਤਿਗੁਰਾਂ ਨੇ ਦੁਨਿਆਵੀ ਰਾਜਿਆਂ ਦੇ ਦਿਲਾਂ ਵਿੱਚ ਦਹਿਲ ਬਿਠਾਉਣ ਵਾਸਤੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਸ਼ਾਨ ਦਾ ਡੰਕਾ ਸਮਸਤ ਜ਼ਾਲਮਾਂ ਦੇ ਦਿਲਾਂ ਵਿੱਚ ਬਿਠਾਉਣ ਵਾਸਤੇ ਮਹਾਰਾਜ ਜੀ ਨੇ ਰਣਜੀਤ ਨਗਾਰਾ ਵਜਾਇਆ। ਰਣਜੀਤ ਨਗਾਰੇ ਦੀ ਗੂੰਜ ਨਾਲ ਧਰਤ ਤੇ ਅਸਮਾਨ ਗੂੰਜ ਉੱਠਿਆ, ਪਰਬਤ ਕੰਬ ਉੱਠੇ। ਨਾਲ ਹੀ ਕਹਿਲੂਰ ਦਾ ਰਾਜਾ 22 ਧਾਰ ਦੇ ਸਾਰੇ ਰਿਆਜੇ ਜਿਵੇਂ ਕੰਬ ਉੱਠੇ, ਢਾਡੀ ਜਥਾ ਇਉਂ ਬਿਣੇ ਕਰ।
ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨਾਲ ਵੱਜੇ ਹੋਏ ਰਣਜੀਤ ਨਗਾਰੇ ਦੀ ਗੂੰਜ ਕਹਿਲੂਰ ਦੇ ਰਾਜੇ ਭੀਮ ਚੰਦ ਦੇ ਕੰਨਾਂ ਵਿੱਚ ਪਈ। ਰਾਜਾ ਭੀਮ ਚੰਦ ਜਿਨੇ ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵੈਰ ਸਹੇੜਨ ਵਿੱਚ ਕੋਈ ਕਸਰ ਨਾ ਛੱਡੀ। ਇਹ ਰਾਜਾ ਭੀਮ ਚੰਦ ਜਿਹਦੇ ਦਾਦੇ ਦੀਪ ਚੰਦ ਨੂੰ, ਰਾਜੇ ਭੀਮ ਚੰਦ ਦਾ ਪਿਤਾ ਸੀ ਤਾਰਾ ਚੰਦ ਦਾ ਪਿਤਾ ਸੀ ਅੱਗੋਂ ਦੀਪ ਚੰਦ। ਇਸੇ ਹੀ ਦੀਪ ਚੰਦ ਨੂੰ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਲਿਆਏ ਸਨ। ਜਦੋਂ ਸਤਿਗੁਰਾਂ ਨੇ 52 ਕੈਦੀ ਰਾਜੇ ਰਿਹਾ ਕਰਵਾਏ, ਉਹਨਾਂ ਵਿੱਚੋਂ ਰਾਜੇ ਭੀਮ ਚੰਦ ਦਾ ਦਾਦਾ ਤਾਰਾ ਜਿਹੜਾ ਦੀਪ ਚੰਦ ਵੀ ਇੱਕ ਸੀ। ਸੋ ਸਾਧ ਸੰਗਤ, ਉਸ ਅਕਿਰਤ ਘਨ ਰਾਜੇ ਭੀਮ ਚੰਦ ਨੇ ਹੁਣ ਸਤਿਗੁਰਾਂ ਦੇ ਨਾਲ ਵੈਰ ਸਹੇੜਨਾ ਚਾਹਿਆ। ਖਾਰ ਪਹਿਲਾਂ ਹੀ ਮਨ ਵਿੱਚ ਸੀ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਅਸੀਂ ਨੀਚ ਆਖਿਆ, ਜਿਨ੍ਹਾਂ ਨੂੰ ਅਸੀਂ ਜਾਤ ਪਾਤ ਦੇ ਉਸ ਸਿਸਟਮ ਦੇ ਤਹਿਤ ਸਦੀਆਂ ਤੋਂ ਗੁਲਾਮ ਬਣਾ ਕਰਕੇ ਰੱਖਿਆ, ਅੱਜ ਉਹ ਲੋਕ ਆਨੰਦਪੁਰ ਸਾਹਿਬ ਵਿਖੇ ਜਾ ਕਰਕੇ ਯੋਧੇ, ਜੰਗੀ ਅਤੇ ਜਰਨੈਲ ਬਣ ਕੇ ਬਾਹਰ ਆ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਸਾਡੀਆਂ ਰਿਆਸਤਾਂ ਦੇ ਮਾਲਕ ਇਹ ਬਣਨਗੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜੰਗ ਛੇੜਨੀ ਚਾਹੀ ਰਾਜੇ ਭੀਮ ਚੰਦ ਨੇ। ਉਹਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਇਹ ਕਿਸ ਦੇ ਨਗਾਰੇ ਦੀ ਗੂੰਜ ਹੈ, ਕਿਉਂਕਿ ਇਸ ਸਰਜ਼ਮੀਨ ਦਾ ਰਾਜਾ ਤਾਂ ਮੈਂ ਹਾਂ, ਇਸ ਸਰਜ਼ਮੀਨ ਦਾ ਮਾਲਕ ਮੈਂ ਹਾਂ, ਮੇਰੇ ਤੋਂ ਬਿਨਾਂ ਇੱਥੇ ਨਗਾਰਾ ਵਜਾਉਣ ਦੀ ਕਿਸ ਨੇ ਜ਼ਰੂਰਤ ਕੀਤੀ। ਉਸ ਮੰਤਰੀ ਨੇ ਰਾਜੇ ਭੀਮ ਚੰਦ ਨੂੰ ਆਖਿਆ, ਕਹਿੰਦਾ ਉਹਦੀ ਗੂੰਜ ਹੈ ਜਿਹਦੇ ਰਣਜੀਤ ਦੀ ਇਹ ਸਿਫਤ ਕਰੇ ਕਿ ਤਾਬਿਆਦਾਰ ਏ ਉਸ ਦੀ। ਉਹ ਸਾਕਾਰ ਆਕਾਰ ਨਿਰੰਕਾਰ ਦਾ ਏ, ਸਿੱਧੀ ਰੱਬ ਤੇ ਪਵੇ ਨਿਹਾਰ ਉਸ ਦੀ। ਉਹਦੀ ਚੜ੍ਹਤ ਦੇ ਸਾਹਮਣੇ ਝੁਕਣ ਵੈਰੀ, ਜਿੰਦਾ ਮੋਇਆਂ ਨੂੰ ਕਰੇ ਤਲਵਾਰ ਉਸ ਦੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਭ ਤੋਂ ਪਹਿਲਾਂ ਰਾਜੇ ਭੀਮ ਚੰਦ ਨੇ ਮਿੱਤਰਤਾ ਗੰਢਣੀ ਚਾਹੀ। ਆਪਣਾ ਅਹਿਲਕਾਰ ਭੇਜਿਆ। ਉਹਨੇ ਸਤਿਗੁਰਾਂ ਨੂੰ ਫਰਮਾਇਆ ਕਿ ਸਤਿਗੁਰ ਜੀ ਤੁਸੀਂ ਜਦੋਂ ਚਾਹੋ ਰਾਜੇ ਭੀਮ ਚੰਦ ਦੇ ਦਰਬਾਰ ਵਿੱਚ ਆ ਸਕਦੇ। ਪਰ ਅੰਤਰਜਾਮੀ ਸਤਿਗੁਰਾਂ ਨੇ ਮੋੜਵਾਂ ਜਵਾਬ ਦਿੱਤਾ ਕਿ ਸਾਨੂੰ ਕਿਸੇ ਰਾਜੇ ਜਾਂ ਕਿਸੇ ਰਾਓ ਦੇ ਦਰਬਾਰ ਵਿੱਚ ਜਾਣ ਦੀ ਜ਼ਰੂਰਤ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ, ਆਨੰਦਪੁਰ ਸਾਹਿਬ ਦਾ ਦਰਵਾਜ਼ਾ ਰਾਣੇ ਅਤੇ ਰੰਕ ਵਾਸਤੇ ਸਦਾ ਹੀ ਖੁੱਲਾ। ਭੀਮ ਚੰਦ ਚਾਹੇ ਤੇ ਆ ਸਕਦਾ। ਮਨ ਵਿੱਚ ਹੰਕਾਰ ਸੋਚਿਆ ਰਾਜੇ ਭੀਮ ਚੰਦ ਨੇ ਕਿ ਲੱਗਦਾ ਖਰੇ ਸਿੱਖਾਂ ਦਾ ਗੁਰੂ ਮੇਰੇ ਤੋਂ ਖੌਫਜ਼ਦਾ। ਇਹ ਗੱਲ ਮਨ ਵਿੱਚ ਧਾਰ ਕੇ ਹੁਣ ਸਤਿਗੁਰਾਂ ਨੂੰ ਆਪਣੇ ਅੱਗੇ ਝੁਕਾਉਣ ਦੀ ਮਨਸ਼ਾ ਲੈ ਕੇ ਆਨੰਦਪੁਰ ਸਾਹਿਬ ਵਿਖੇ ਰਵਾਨਾ ਹੋਇਆ। ਮੈਂ ਸਮੇਂ ਦੀ ਘਾਟ ਕਰਕੇ ਸੰਖੇਪ ਵਿੱਚ ਹੀ ਰੱਖਾਂ। ਰਾਜੇ ਭੀਮ ਚੰਦ ਨੇ ਜੰਗ ਦਾ ਆਗਾਜ਼ ਕੀਤਾ। ਜੰਗ ਦਾ ਆਗਾਜ਼ ਕਿਵੇਂ ਹੋਇਆ ਤੇ ਕਿੰਨਾ ਗੱਲਾਂ ਕਰਕੇ ਹੋਇਆ। ਰਾਜਾ ਭੀਮ ਚੰਦ ਮਨ ਵਿੱਚ ਮਨਸ਼ਾ ਲੈ ਕੇ ਕਿ ਮੈਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਅੱਗੇ ਝੁਕਾਵਾਂਗਾ। ਮੈਂ ਵਡੇਰੀ ਉਮਰ ਦਾ ਹਾਂ, ਸਤਿਗੁਰ ਜੀ 22-23 ਸਾਲ ਦੇ ਨੇ, ਉਹਨਾਂ ਦੇ ਸਾਹਮਣੇ ਮੈਂ ਝੁਕਾਂਗਾ ਤੇ ਵਡੇਪੇ ਨੂੰ ਲਾਜ ਲੱਗ ਜਾਵੇਗੀ। ਉਹ ਸਿੱਖਾਂ ਦਾ ਗੁਰੂ ਮੇਰੇ ਅੱਗੇ ਝੁਕੇ। ਮਨ ਵਿੱਚ ਇਹ ਲੈ ਕਰਕੇ ਗੱਲ ਲੈ ਕਰਕੇ ਆਨੰਦਪੁਰ ਸਾਹਿਬ ਵੱਲ ਨੂੰ ਰਵਾਨਾ ਹੋਇਆ। ਜਦੋਂ ਆਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਦਰਬਾਰ ਵਿੱਚ ਪੁੱਜਾ ਤਾਂ ਕੀ ਵੇਖਿਆ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਰੂਹਾਨੀ ਤੇ ਅਗੰਮੀ ਸ਼ਾਨ ਨੂੰ ਦੇਖਿਆ। ਸ਼ਾਨ ਕੀ ਸੀ ਸਤਿਗੁਰਾਂ ਦੀ? ਸਤਿਗੁਰਾਂ ਦੇ ਸੀਸ ਉੱਪਰ ਪਸ਼ਮੀਨੇ ਦੀ ਚਾਂਦਨੀ ਝੁੱਲ ਰਹੀ ਸੀ। ਇਹ ਕਾਬਲ ਦੀ ਸੰਗਤ ਨੇ ਭੇਟਾ ਕੀਤੀ। ਸਤਿਗੁਰਾਂ ਦੇ ਸੀਸ ਉੱਪਰ ਪ੍ਰਸਾਦੀ ਹਾਥੀ ਚੌਰ ਕਰ ਰਿਹਾ ਸੀ। ਪ੍ਰਸਾਦੀ ਹਾਥੀ ਜੋ ਅਸਾਮ ਦੇ ਰਾਜਾ ਰਤਨ ਰਾਏ ਨੇ ਭੇਟ ਕੀਤਾ ਸੀ। ਪ੍ਰਸਾਦੀ ਹਾਥੀ ਬੜੇ ਕਰਤੱਵ ਸਿੱਖਿਆ ਹੋਇਆ ਸੀ, ਸਤਿਗੁਰਾਂ ਦੇ ਸੀਸ ਉੱਪਰ ਚੌਰ ਕਰਦਾ ਸੀ। ਜਦੋਂ ਸਤਿਗੁਰ ਜੀ ਤੀਰ ਚਲਾਉਂਦੇ, ਡਿੱਗੇ ਹੋਏ ਤੀਰ ਨੂੰ ਚੁੱਕ ਕੇ ਲਿਆਉਂਦਾ, ਜੰਗਲ ਵਿੱਚ ਆਪਣੇ ਲੰਗਰ ਦੇ ਵਿੱਚ ਜਲ ਵਰਤਾਉਣ ਦੀ ਸੇਵਾ ਕਰਦਾ। ਸਾਰੀ ਰਾਤ ਸੁੰਡ ਵਿੱਚ ਮਸ਼ਾਲ ਫੜ ਕੇ ਆਨੰਦਪੁਰ ਸਾਹਿਬ ਦੇ ਸਾਰੇ ਹੀ ਸ਼ਹਿਰ ਦੇ ਆਲੇ ਦੁਆਲੇ ਪਹਿਰਾ ਦਿੰਦਾ। ਇਹ ਪ੍ਰਸਾਦੀ ਹਾਥੀ ਸਤਿਗੁਰਾਂ ਦੇ ਮਸਤਕ ਤੇ ਚੌਰ ਕਰ ਰਿਹਾ ਸੀ। ਰਾਜੇ ਭੀਮ ਚੰਦ ਨੇ ਦੇਖਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੁੰਦਰ ਜਵਾਨ ਸਤਿਗੁਰੂ ਚੰਦਨ ਦੇ ਉਸ ਸਿੰਘਾਸਨ ਤੇ ਵੀਰ ਆਸਨ ਹੋ ਕਰਕੇ ਬਿਰਾਜਮਾਨ ਸਨ। ਸਤਿਗੁਰਾਂ ਦਾ ਡਲਕਵਾਂ ਮੱਥਾ, ਮੋਟੇ ਮੋਟੇ ਨੇਤਰ, ਚੌੜੀ ਛਾਤੀ, ਭਰਵਾਂ ਸਰੀਰ, ਉੱਚਾ ਕੱਦ, ਲੰਮੀ ਗਰਦਨ, ਲੰਮੀਆਂ ਬਾਹਾਂ। ਸਤਿਗੁਰਾਂ ਦੇ ਮੋਢੇ ਉੱਪਰ ਤੀਰਾਂ ਦਾ ਭੱਥਾ, ਮੋਢੇ ਤੇ ਕਮਾਨ, ਖੱਬੇ ਹੱਥ ਦੇ ਵਿੱਚ ਬਾਜ ਖੰਭ ਫੜਫੜਾ ਰਿਹਾ ਸੀ। ਸੱਜਾ ਹੱਥ ਕਦੇ ਤਲਵਾਰ ਦੀ ਮੁੱਠ ਨੂੰ ਜਾਵੇ, ਕਦੇ ਸੱਜਾ ਹੱਥ ਅਸਮਾਨ ਵੱਲ ਨੂੰ ਉੱਠੇ, ਜਿਵੇਂ ਅਕਾਲ ਪੁਰਖ ਦੇ ਨਵੇਂ ਹੁਕਮ ਨੂੰ ਸੰਗਤ ਦੇ ਸਨਮੁਖ ਸੁਣਾਉਣ ਵਾਸਤੇ ਕਾਹਲਾ ਪੈ ਰਿਹਾ ਹੋਵੇ। ਜਿਹੜਾ ਰਾਜਾ ਭੀਮ ਚੰਦ ਮਨ ਵਿੱਚ ਸੋਚ ਰਿਹਾ ਕਿ ਸਤਿਗੁਰਾਂ ਨੂੰ ਆਪਣੇ ਅੱਗੇ ਝੁਕਾਵਾਂਗਾ, ਮਹਾਰਾਜ ਦੀ ਸ਼ਾਨ ਦੇਖ ਕਰਕੇ ਮਹਾਰਾਜ ਅੱਗੇ ਚਫਾੜ ਲੰਮੇ ਪੈ ਗਿਆ। ਡੰਡੌਤ ਬੰਦਨ ਕਰਨ ਲੱਗ ਪਿਆ ਉਹ ਰਾਜਾ ਭੀਮ ਚੰਦ। ਮਹਾਰਾਜ ਨੇ ਭੱਥੇ ਚੋਂ ਤੀਰ ਕੱਢ ਕੇ ਉਹਦੇ ਲੱਕ ਨੂੰ ਚੋਬਿਆ, ਕੰਡ ਨੂੰ ਚੋਬਿਆ। ਪਾਤਸ਼ਾਹ ਫਰਮਾਇਆ, ਭੀਮ ਚੰਦਾ ਅਸੀਂ ਲੋਕਾਂ ਨੂੰ ਨੀਵੇਂ ਕਰ ਨਹੀਂ ਸਕੋ, ਨੀਵਿਆਂ ਨੂੰ ਉੱਚੀਆਂ ਕਰਨਾ ਹੈ, ਰਮਜ ਸਮਝ। ਰਾਜਾ ਭੀਮ ਚੰਦ ਰਮਜ ਨਾ ਸਮਝਿਆ। ਜਦੋਂ ਅੱਖਾਂ ਤਾਂ ਚੁੱਕੀਆਂ
ਸਤਿਗੁਰਾਂ ਦਾ ਸੂਰਜਾਂ ਦੇ ਤੇਜ ਦੇ ਬਰਾਬਰ ਜਦੋਂ ਦਗਦਾ ਤੇ ਮਗਦਾ ਹੋਇਆ ਤੇਜ ਭਰਪੂਰ ਚਿਹਰਾ ਦੇਖਿਆ, ਰਾਜੇ ਭੀਮ ਚੰਦ ਕੋ ਅੱਖਾਂ ਸਤਿਗੁਰਾਂ ਦੇ ਚਿਹਰੇ ਵੱਲ ਟਿਕਾਈਆਂ ਨਾ ਗਈਆਂ। ਅੱਖਾਂ ਨੀਵੀਆਂ ਹੋ ਗਈਆਂ, ਨੀਵੀਂ ਪਾ ਲਈ। ਹੁਣ ਦੱਬੀ ਅੱਖ ਦੇ ਨਾਲ, ਜਿਹਨੂੰ ਅਸੀਂ ਟੀਰੀ ਅੱਖ ਨਾਲ ਕਹਿੰਦੇ ਆ, ਹੁਣ ਅੱਖ ਜੀ ਮੀਟ ਕੇ ਦੱਬੀ ਅੱਖ ਦੇ ਨਾਲ ਰਾਜਾ ਭੀਮ ਚੰਦ ਹੁਣ ਸਤਿਗੁਰਾਂ ਦੇ ਦਰਬਾਰ ਦੇ ਸੱਜੇ ਤੇ ਖੱਬੇ ਪਾਸੇ ਦੇਖ ਰਿਹਾ। ਹੁਣ ਸੱਜੇ ਖੱਬੇ ਪਾਸੇ ਉਹਨੇ ਕੀ ਦੇਖਿਆ? ਦੁਨੀਆ ਦਾ ਇੱਕੋ ਇੱਕ ਦਰਬਾਰ ਜਿੱਥੇ ਭਗਤੀ ਅਤੇ ਸ਼ਕਤੀ ਦੋਵੇਂ ਬਿਰਾਜਮਾਨ ਸਨ। ਦੁਨੀਆ ਦਾ ਇੱਕੋ ਇੱਕ, ਦੁਨੀਆ ਦੇ ਇੱਕੋ ਇੱਕ ਪੈਗੰਬਰ, ਇੱਕੋ ਇੱਕ ਸਤਿਗੁਰੂ ਦਾ ਦਰਬਾਰ ਗੁਰੂ ਕਲਗੀਧਰ ਪਾਤਸ਼ਾਹ ਦਾ, ਜਿੱਥੇ ਭਗਤੀ ਅਤੇ ਸ਼ਕਤੀ ਦੋਵੇਂ ਬਿਰਾਜਮਾਨ ਸਨ। ਦੱਬੀ ਅੱਖ ਨਾਲ ਉਹਨੇ ਸਤਿਗੁਰਾਂ ਦੇ ਖੱਬੇ ਪਾਸੇ ਦੇਖਿਆ। ਸਤਿਗੁਰਾਂ ਦੇ ਸਾਧ ਬੈਠਿਆ ਕਰਦੇ ਸਨ, ਜਿਨ੍ਹਾਂ ਦੇ ਢਿਲਕਵੇਂ ਸਰੀਰ, ਵੱਡੀਆਂ ਵੱਡੀਆਂ ਗੋਗੜਾਂ, ਖੁੱਲੇ ਚੋਗੇ, ਪੋਚਵੀਆਂ ਪੱਗਾਂ, ਗਲਾਂ ਦੇ ਵਿੱਚ ਮਾਲਾਂ ਪਾਈਆਂ, ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਪੜ੍ਹ ਰਹੇ ਸਨ। ਜਦੋਂ ਸਤਿਗੁਰਾਂ ਦੇ ਸੱਜੇ ਪਾਸੇ ਧਿਆਨ ਮਾਰਿਆ, ਨੀਲੇ ਬਸਤਰਾਂ ਦੇ ਵਿੱਚ ਦੋਹਰੀਆਂ ਦਸਤਾਰਾਂ ਸਜਾ ਕੇ, ਸੁਨਹਿਰੀ ਚੱਕਰ ਸਜਾ ਕੇ, ਸੀਸ ਦੇ ਉੱਪਰ ਸੁਨਹਿਰੀ ਕਲਗੀ ਸਜਾ ਕੇ, ਸ਼ਸਤਰਾਂ ਦੇ ਨਾਲ ਲੈਸ਼, ਬਾਹਾਂ ਜਿਹੜੀਆਂ ਸਨ ਸਰਬਲੋਹ ਦੇ ਕੜਿਆਂ ਦੇ ਨਾਲ ਭਰੀਆਂ ਪਈਆਂ ਸਨ ਸੂਰਮਿਆਂ ਦੀਆਂ, ਉਹ ਸਤਿਗੁਰਾਂ ਦੇ ਸੱਜੇ ਪਾਸੇ ਇੱਕ ਕਤਾਰ ਵਿੱਚ ਬੈਠੇ ਸਨ। ਇੱਕ ਪਾਸੇ ਭਗਤੀ, ਇੱਕ ਪਾਸੇ ਸ਼ਕਤੀ ਸ਼ੋਭਾ ਪਾ ਰਹੀ ਸੀ। ਸੂਰਮੇ ਜਿਨ੍ਹਾਂ ਦੀਆਂ ਅੱਖਾਂ ਅੰਗਿਆਰਿਆਂ ਵਾਂਗ ਭਖ ਰਹੀਆਂ ਸਨ, ਕੁੰਡੀਆਂ ਮੁੱਛਾਂ, ਲੰਮੇ ਲੰਮੇ ਦਾੜੇ, ਨੀਲੇ ਵਸਤਰਾਂ ਦੇ ਵਿੱਚ ਬੈਠੇ ਸਨ, ਸਤਿਗੁਰਾਂ ਦੇ ਦਰਬਾਰ ਵਿੱਚ ਸ਼ੋਭਾ ਪਾ ਰਹੇ ਸਨ। ਜਦੋਂ ਸੂਰਮੇ ਦੀ ਬਾਂਹ ਹਿਲਦੀ, ਕੜੇ ਦੇ ਨਾਲ ਕੜਾ ਠਹਿਕਦਾ ਤੇ ਸੂਰਮੇ ਦੇ ਮੂੰਹ ਚੋਂ ਆਵਾਜ਼ ਨਿਕਲਦੀ, ਖਗ ਖੰਡ ਬਿਹੰਡੰ ਖਲਦਲ ਖੰਡੰ ਆਤਰਣ ਮੰਡੰਗ ਬਰ ਬੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲਵਿਗ ਹਰਨੰ ਆਸਰਨੰ ਜੈ 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 ਕਾਰਨੰ ਸਿਸ਼ਟ ਉਭਾਰੰ ਮਮ ਪ੍ਰਤਪਾਰੰ ਜੈ ਤੇਗੰ ਸ਼੍ਰੀ ਜੈ ਤੇਗੰ। ਸਤਿਗੁਰਾਂ ਦੇ ਦਰਬਾਰ ਦੀ ਸ਼ਾਨ ਦੇਖ ਕਰਕੇ ਰਾਜਾ ਭੀਮ ਚੰਦ ਅਸਲੋਂ ਹੀ ਆਪਣਾ ਸਾਹ ਸੱਤ ਛੱਡ ਗਿਆ। ਪਾਤਸ਼ਾਹ ਨੇ ਫਰਮਾਇਆ, ਭੀਮ ਚੰਦਾ ਇੱਕ ਰਾਤ ਸਾਡੇ ਕੋਲ ਰਹਿ। ਭੀਮ ਚੰਦ ਦੇ ਮਨ ਵਿੱਚ ਚੋਰ ਸੀ। ਉਹਨੇ ਸੋਚਿਆ ਕਿਤੇ ਸਤਿਗੁਰੂ ਰਾਤੋਂ ਰਾਤ ਮੇਰਾ ਕਿਤੇ ਭੋਗ ਨਾ ਪਾ ਦੇਣ, ਲੱਗਦਾ ਮੈਨੂੰ ਆਪਣੇ ਰਸਤੇ ਚੋਂ ਹਟਾਉਣ ਵਾਸਤੇ ਇਹ ਗੱਲ ਕਹਿ ਰਹੇ ਨੇ। ਪਰ ਉਹ ਕੀ ਜਾਣੇ ਸਤਿਗੁਰੂ ਦੀ ਸ਼ਾਨ। ਉਹਨੇ ਸਤਿਗੁਰਾਂ ਨੂੰ ਹੀ ਆਪਣੇ ਵਰਗਾ ਸਮਝ ਲਿਆ। ਰਾਜਾ ਭੀਮ ਚੰਦ ਨਮਸਕਾਰ ਕਰਕੇ ਦਰਬਾਰ ਚੋਂ ਬਾਹਰ ਆ ਗਿਆ। ਹੁਣ ਬਾਹਰ ਆਇਆ, ਜਿਹੜਾ ਹੰਕਾਰ ਉਸ ਨੂੰ ਉਹਦੇ ਘਰ ਤੋਂ ਲੈ ਕਰਕੇ ਆਨੰਦਪੁਰ ਤੱਕ ਪੱਟੀ ਪੜਾਉਂਦਾ ਆਇਆ। ਜਦੋਂ ਆਨੰਦਪੁਰ ਸਾਹਿਬ ਦੀ ਦਹਲੀਜ਼ ਦੇ ਅੰਦਰ ਮਹਾਰਾਜ ਦੇ ਦਰਬਾਰ ਅੰਦਰ ਪੁੱਜਾ, ਹੰਕਾਰ ਸਾਥ ਛੱਡ ਗਿਆ ਸੀ। ਹੁਣ ਜਦੋਂ ਸਤਿਗੁਰਾਂ ਦੇ ਦਰਬਾਰ ਚੋਂ ਬਾਹਰ ਨਿਕਲਿਆ, ਹੰਕਾਰ ਨੇ ਫੇਰ ਸਿਰ ਤੇ ਸਵਾਰ ਹੋ ਲਿਆ। ਹੰਕਾਰ ਨੇ ਫੇਰ ਪੱਟੀ ਪੜਾਉਣੀ ਸ਼ੁਰੂ ਕਰ ਦਿੱਤੀ। ਰਾਜਾ ਭੀਮ ਚੰਦਾ, ਪਹਿਲੇ ਵਾਰ ਵੇਖਣ ਤੇ ਤੂੰ 40-45 ਸਾਲ ਦਾ, ਉਹ ਗੁਰੂ 22-23 ਸਾਲ ਦਾ ਨੌਜਵਾਨ, ਤੂੰ ਇੱਕ ਵਾਰ ਵੇਖਣ ਤੇ ਉਹਦਾ ਹੋ ਗਿਆ। ਇੱਕੋ ਮਿਲਣੀ ਤੇ ਤੂੰ ਮੋਇਆ ਗਿਆ। ਤੇਰੇ ਰਾਜਾ ਹੋਣ ਦਾ ਕੀ ਫਾਇਦਾ? ਮਨ ਹੀ ਮਨ ਵਿੱਚ ਸੋਚ ਰਿਹਾ। ਸਿੱਧਾ ਜਾ ਕੇ ਆਪਣਾ ਮੰਤਰੀ ਮੰਡਲ ਸੱਦ ਲਿਆ। ਇੰਨੀ ਗੱਲ ਤੇ ਮੰਤਰੀ ਮੰਡਲ ਸੱਦ ਕੇ ਮੰਤਰੀਆਂ ਨਾਲ ਸਲਾਹ ਕੀਤੀ ਕਿ ਉਸ ਗੁਰੂ ਦੇ ਦਰਬਾਰ ਵਿੱਚ ਮੈਂ ਗਿਆ। ਨਾਲ ਮੰਤਰੀਆਂ ਨਾਲ ਸਲਾਹ ਕਰੇ, ਕਲਗੀ ਲਾ ਕੇ, ਜਿੱਦਾਂ ਬੰਦਾ ਸਤਿਆ ਤੇ ਅੱਕਿਆ ਹੁੰਦਾ, ਕਲਗੀ ਲਾ ਕੇ ਕਦੀ ਕਿਸੇ ਕੰਧ ਤੇ ਮਾਰੇ, ਮਾਲਾ ਲਾ ਕੇ ਕਦੀ ਕਿਸੇ ਕੰਧ ਤੇ ਮਾਰੇ, ਤਲਵਾਰ ਸੁੱਟ ਦਿੱਤੀ। ਹਫਿਆ ਹੋ ਕੇ ਆਪਣੇ ਮੰਤਰੀ ਮੰਡਲ ਵਿੱਚ ਬਹਿ ਕਰਕੇ ਮੰਤਰੀਆਂ ਨੂੰ ਕਹਿ ਰਿਹਾ ਕਿ ਮੈਂ ਉਸ ਆਨੰਦਪੁਰ ਸਾਹਿਬ ਵਾਲੇ ਗੁਰੂ ਦੀ ਸ਼ਾਨ ਦੇਖ ਕੇ ਆਇਆ। ਮੈਂ ਚਾਹੁੰਦਾ ਕਿ ਉਸ ਗੁਰੂ ਤੋਂ ਉਚੇਰੀ ਸ਼ਾਨ ਮੇਰੀ ਹੋਵੇ। ਰਾਜਾ ਭੀਮ ਚੰਦ ਕਹਿੰਦਾ, ਗੁਰੂ ਦੀ ਸ਼ਾਨ ਕਿੰਨਾ ਚੀਜ਼ਾਂ ਨਾਲ ਆ। ਉਹਦੇ ਕੋਲ ਪ੍ਰਸਾਦੀ ਹਾਥੀ ਆ, ਉਹਦੇ ਕੋਲ 5 ਕਲਾ ਸ਼ਸਤਰ, ਉਹਦੇ ਕੋਲ ਚੰਦਨ ਦੀ ਚੌਂਕੀ ਆ, ਉਹਦੇ ਕੋਲ ਸੂਰਮੇ ਨੇ, ਉਹਦੇ ਕੋਲ ਘੋੜੇ ਨੇ, ਹਾਥੀ ਨੇ, ਉਹਦੇ ਕੋਲ ਪਸ਼ਮੀਨੇ ਦੀ ਚਾਂਦਨੀ ਆ। ਰਾਜਾ ਭੀਮ ਚੰਦ ਕਹਿੰਦਾ, ਜੇ ਇਹ ਚੀਜ਼ਾਂ ਮੇਰੇ ਕੋਲ ਹੋਣ ਤਾਂ ਮੇਰੀ ਵੀ ਸ਼ਾਨ ਵਿੱਚ ਇਜ਼ਾਫਾ ਹੋ ਜਾਵੇ। ਇੱਥੋਂ ਹੀ ਜੰਗ ਦਾ ਮੁੱਢ ਵੱਜਾ। ਮੈਂ ਇੱਕ ਵਾਰ ਕਹਿ ਕੇ ਜੋ ਕਿ ਆਪ ਜੀ ਦੁਖੀ ਮਨ ਦੇ ਜਾਚਕ ਹੋ ਜਾਣ। ਸਾਧ ਸੰਗਤ, ਕਿਉਂਕਿ ਸੰਗਤ ਨੇ ਵੀ ਇਸ਼ਾਰਾ ਕੀਤਾ, ਸੰਗਤ ਨੇ ਵੀ ਇਕਾਗਰਤਾ ਦਾ ਮੁਜ਼ਾਹਰਾ ਕੀਤਾ। ਰਾਜਾ ਭੀਮ ਚੰਦ ਆਪਣੇ ਮੰਤਰੀ ਮੰਡਲ ਨਾਲ ਸਲਾਹ ਕਰ ਰਿਹਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਪ੍ਰਾਪਤ ਕਰਨਾ ਚਾਹੁੰਦਾ। ਉਹਨੇ ਇਹ ਗੱਲ ਨੂੰ ਮੁੱਖ ਰੱਖ ਕਰਕੇ ਆਪਣਾ ਇੱਕ ਅਹਿਲਕਾਰ ਸਤਿਗੁਰਾਂ ਦੇ ਕੋਲ ਭੇਜਿਆ। ਉਸ ਅਹਿਲਕਾਰ ਨੇ ਆਖਿਆ, ਸਤਿਗੁਰ ਜੀ, ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ, ਅਜਮੇਰ ਚੰਦ ਦਾ ਵਿਆਹ ਹੈ, ਤੇ ਰਾਜੇ ਭੀਮ ਚੰਦ ਦੀ ਸ਼ਾਨ ਤੇ ਤੁਹਾਡੀ ਸ਼ਾਨ ਇੱਕੋ ਹੀ ਗੱਲ ਹੈ। ਉਹ ਤੁਹਾਡਾ ਮੁਰੀਦ ਹੋ ਚੁੱਕਾ। ਤੁਸੀਂ ਇੱਕ ਕੰਮ ਕਰੋ, ਇਹ ਵਸਤਾਂ, ਪ੍ਰਸਾਦੀ ਹਾਥੀ, ਚੰਦਨ ਦੀ ਚੌਂਕੀ ਅਤੇ 5 ਕਲਾ ਸ਼ਸਤਰ ਵਿਆਹ ਵਿਖੇ ਪ੍ਰਦਰਸ਼ਨੀ ਵਜੋਂ ਤੁਸੀਂ ਰਾਜੇ ਭੀਮ ਚੰਦ ਨੂੰ ਮੁਹੱਈਆ ਕਰ ਦਿਓ, ਉਹ ਵਾਪਸ ਕਰ ਦੇਗਾ। ਸਤਿਗੁਰਾਂ ਨੇ ਇਨਕਾਰ ਕਰ ਦਿੱਤਾ। ਉਹ ਅਹਿਲਕਾਰ ਭੀਮ ਚੰਦ ਕੋ ਗਿਆ। ਭੀਮ ਚੰਦ ਨੇ ਇੱਕ ਧਮਕੀ ਭਰੀ ਚਿੱਠੀ ਸਤਿਗੁਰਾਂ ਨੂੰ ਲਿਖੀ
ਅਤੇ ਜੰਗ ਦਾ ਐਲਾਨ ਕਰ ਦਿੱਤਾ। ਪਰ ਜੰਗ ਦੇ ਐਲਾਨ ਤੋਂ ਪਹਿਲਾਂ ਰਾਜੇ ਭੀਮ ਚੰਦ ਦਾ ਇੱਕ ਹੋਰ ਮੰਤਰੀ ਸੀ ਪੰਡਿਤ ਚਤਰੂ। ਪੰਡਿਤ ਚਤਰੂ ਨੇ ਫਿਰ ਆਖਿਆ, ਕਹਿੰਦਾ ਰਾਜਾ ਗਵਾਂਢੀ ਬਲਵਾਨ ਹੈ, ਸਿੱਖਾਂ ਦੇ ਗੁਰੂ ਦੀ ਸ਼ਕਤੀ ਬਹੁਤ ਹੀ ਵੱਡੀ ਹੈ, ਫੌਜ ਬਹੁਤ ਬਲਵਾਨ ਹੈ, ਬਲਵਾਨ ਗਵਾਂਢੀ ਦੇ ਨਾਲ ਲੜਾਈ ਕਰਨੀ, ਤੁਸੀਂ ਰਾਜਨੀਤੀਵਾਨ ਹੋ, ਇਹ ਗੱਲ ਤੁਹਾਨੂੰ ਸ਼ੋਭਾ ਨਹੀਂ ਦਿੰਦਾ, ਨਾਲੇ ਅਸੀਂ ਰਾਜੇ ਆ, ਉਹ ਫਕੀਰ ਆ, ਗੁਰੂ ਦੀ ਗੋਲਕ ਤੋਂ ਉਹਨਾਂ ਦਾ ਗੁਜ਼ਾਰਾ ਚੱਲਦਾ, ਉਹਨਾਂ ਦੇ ਨਾਲ ਜੰਗ ਕਰਨੀ ਸਾਨੂੰ ਮੁਨਾਸਬ ਨਹੀਂ। ਸੋ ਪੰਡਿਤ ਚਤਰੂ ਨੇ ਆਖਿਆ, ਗੁਰੂ ਜਵਾਨ ਹੈ ਤੇ ਨੌਜਵਾਨੀ ਸਿਫਤ ਦੀ ਭੁੱਖੀ ਹੁੰਦੀ। ਪੰਡਿਤ ਚਤਰੂ ਕਹਿ ਰਿਹਾ, ਕਹਿੰਦਾ ਗੁਰੂ ਨੌਜਵਾਨ ਹੈ ਤੇ ਨੌਜਵਾਨੀ ਸਿਫਤ ਦੀ ਭੁੱਖੀ ਆ, ਦੋ ਚਾਰ ਗੱਲਾਂ ਕਰਾਂਗਾ, ਉਹ ਚੀਜ਼ਾਂ ਠੱਗ ਕੇ ਲੈ ਆਵਾਂਗਾ, ਫਿਰ ਤੁਸੀਂ ਜਦੋਂ ਚੀਜ਼ਾਂ ਮੋੜਨ ਦੀ ਵਾਰੀ ਆਏਗੀ ਤੁਸੀਂ ਵੇਰ ਜਾਇਓ, ਜੰਗ ਦਾ ਐਲਾਨ ਕਰ ਦਿਓ। ਜੰਗ ਤਾਂ ਅਸੀਂ ਉਦਾਂ ਵੀ ਕਰਨੀ ਆ, ਪਰ ਇੱਕ ਵਾਰ ਮੈਨੂੰ ਪੰਚਤੰਤਰ ਗ੍ਰੰਥ ਦਾ ਉਹ ਦਾ ਪੇਚ ਵਰਤ ਲੈਣ ਦਿਓ, ਸਿਆਸਤ ਦੇ ਦਾ ਵਰਤ ਲੈਣ ਦਿਓ। ਪੰਡਿਤ ਚਤਰੂ ਸਤਿਗੁਰਾਂ ਦੇ ਦਰਬਾਰ ਵਿੱਚ ਗਿਆ, ਨਮਸਕਾਰ ਕੀਤੀ। ਉਹਨੇ ਆਖਿਆ, ਸਤਿਗੁਰ ਜੀ ਤੁਹਾਡੇ ਤੋਂ ਮਹਾਨ ਇਸ ਦੁਨੀਆ ਤੇ ਕੋਈ ਨਹੀਂ। ਸਤਿਗੁਰਾਂ ਦੀ ਚਾਪਲੂਸੀ ਰੱਜ ਕੇ ਕੀਤੀ। ਮਹਾਰਾਜ ਨੀਵੀਂ ਪਾ ਕੇ ਸੁਣਦੇ ਰਹੇ, ਹੱਸਦੇ ਰਹੇ। ਪਾਤਸ਼ਾਹ ਨੇ ਇੱਕੋ ਜਵਾਬ ਦਿੱਤਾ, ਕਹਿੰਦੇ ਪੰਡਿਤ ਜੀ ਸਾਨੂੰ ਪਤਾ ਲੱਗਾ ਕਿ ਤੁਸੀਂ ਰਾਜੇ ਭੀਮ ਚੰਦ ਨਾਲ ਇਕਰਾਰ ਕੀਤਾ ਕਿ ਮੈਂ ਗੁਰੂ ਕੋ ਚੀਜ਼ਾਂ ਲੈ ਕਰਕੇ ਤੁਹਾਨੂੰ ਦੇ ਦਾਂਗਾ, ਤੇ ਜਦੋਂ ਮੋੜਨ ਦੀ ਗੱਲ ਆਏਗੀ ਤੁਸੀਂ ਵੇਰ ਜਿਓ, ਵਾਪਸ ਨਾ ਦਿਓ। ਦੂਜੇ ਪਾਸੇ ਤੁਸੀਂ ਸਾਡੇ ਨਾਲ ਇਕਰਾਰ ਕੀਤਾ ਕਿ ਸਤਿਗੁਰ ਜੀ ਤੁਸੀਂ ਵਸਤਾਂ ਦੇ ਦਿਓ, ਰਾਜੇ ਭੀਮ ਚੰਦ ਕੋਲੋਂ ਵਸਤਾਂ ਮੋੜਨ ਦੀ ਜ਼ਿੰਮੇਵਾਰੀ ਮੇਰੀ। ਹੁਣ ਦੱਸੋ ਸਾਡੇ ਨਾਲ ਕੀਤੇ ਹੋਏ ਵਾਅਦੇ ਤੇ ਪੂਰਾ ਉਤਰਨਾ ਜਾਂ ਰਾਜੇ ਭੀਮ ਚੰਦ ਨਾਲ ਕੀਤੇ ਹੋਏ ਵਾਅਦੇ ਤੇ ਪੂਰਾ ਉਤਰਨਾ? ਪੰਡਿਤ ਚਤਰੂ ਨੂੰ ਜ਼ਮੀਨ ਵੇਹਲ ਨਾ ਦੇ, ਸਾਰੇ ਹੀ ਦਰਬਾਰ ਵਿੱਚ ਉਹਦਾ ਇੱਕ ਹਾਸਾ ਬਣਿਆ, ਉਹਦਾ ਮਖੌਲ ਬਣਿਆ। ਸ਼ਰਮਿੰਦਾ ਹੋਇਆ ਸਤਿਗੁਰਾਂ ਦੇ ਦਰਬਾਰ ਵਿੱਚੋਂ ਵਾਪਸ ਆਇਆ, ਰਾਜੇ ਭੀਮ ਚੰਦ ਨੂੰ ਵਧਾ ਚੜਾ ਕੇ ਸਤਿਗੁਰਾਂ ਦੇ ਬਾਬਤ ਆਖਿਆ। ਜਦੋਂ ਜਾਣ ਲੱਗਾ ਦਹਲੀਜ਼ ਵਿੱਚੋਂ ਜਾਂਦਾ ਹੋਇਆ ਆਪਣੀ ਧੌਣ ਘੁਮਾ ਕੇ ਸਤਿਗੁਰਾਂ ਦੇ ਵੱਲ ਔਖੀਆਂ ਨਿਗਾਹਾਂ ਨਾਲ ਵੇਖ ਕੇ ਗਿਆ, ਤੇ ਸਤਿਗੁਰੂ ਵੀ ਜਾਣੀ ਜਾਣ ਉਹਨਾਂ ਨੇ ਪੰਡਿਤ ਚਤਰੂ ਨੂੰ ਸੰਬੋਧਨ ਹੋ ਕੇ ਕਹਿ ਦਿੱਤਾ, ਕਹਿੰਦੇ ਤੂੰ ਜਾ ਰਿਹਾ ਤੇ ਜਾ ਕੇ ਰਾਜੇ ਭੀਮ ਚੰਦ ਨੂੰ ਇੱਕ ਗੱਲ ਕਹਿ ਦੀ ਕਿ ਪ੍ਰਸਾਦੀ ਹਾਥੀ ਚੰਦਨ ਦੀ ਚੌਂਕੀ, ਪੰਜ ਕਲਾ ਸ਼ਸਤਰ ਤੇ ਪਸ਼ਮੀਨੇ ਦੀ ਚਾਂਦਨੀ, ਇਹ ਚੀਜ਼ਾਂ ਇਹ ਭੇਟਾਵਾਂ ਗੁਰਗੱਦੀ ਦੀਆਂ ਨੇ ਤੇ ਮੈਂ ਗੁਰੂ ਨਾਨਕ ਦੀ ਗੱਦੀ ਦਾ ਇੱਕ ਸੇਵਾਦਾਰ ਹਾਂ। ਜੇ ਰਾਜੇ ਭੀਮ ਚੰਦ ਨੂੰ ਸ਼ਸਤਰ ਚਾਹੀਦੇ ਨੇ, ਘੋੜੇ ਚਾਹੀਦੇ ਨੇ, ਹਾਥੀ ਚਾਹੀਦੇ ਨੇ, ਤਾਂ ਕਿਲੇ ਲੋਹਗੜ੍ਹ ਦੇ ਵਿੱਚ ਸ਼ਸਤਰਾਂ ਦੇ ਅੰਬਾਰ ਲੱਗੇ ਪਏ ਨੇ। ਕਿਲੇ ਲੋਹਗੜ੍ਹ ਦੇ ਉਸ ਤਬੇਲੇ ਵਿੱਚ ਸਾਡੇ ਨਿੱਜੀ ਹਾਥੀ ਪਏ ਨੇ, ਉਹਨਾਂ ਚੋਂ ਜਿੰਨੇ ਮਰਜ਼ੀ ਲੈ ਜਾਵੇ, ਲੋਕਾਂ ਨੂੰ ਵਿਖਾਵਾ ਕਰੇ, ਪਰ ਇਹ ਵਸਤਾਵਾਂ ਗੁਰਗੱਦੀ ਦੀਆਂ ਨੇ, ਇਹ ਸੰਗਤ ਦੀਆਂ ਨੇ, ਇਹਦੇ ਉੱਪਰ ਹੱਕ ਸੰਗਤ ਦਾ, ਇਹ ਕਿਸੇ ਨੂੰ ਵੀ ਪ੍ਰਦਰਸ਼ਨੀ ਵਾਸਤੇ ਮੁਹੱਈਆ ਨਹੀਂ ਕੀਤੀਆਂ ਜਾ ਸਕਦੀਆਂ। ਪੰਡਿਤ ਚਤਰੂ ਗਿਆ, ਰਾਜੇ ਭੀਮ ਚੰਦ ਨੂੰ ਵਧਾ ਚੜਾ ਕੇ ਗੱਲ ਕੀਤੀ। ਹੁਣ ਰਾਜੇ ਭੀਮ ਚੰਦ ਨੇ ਇੱਕ ਧਮਕੀ ਭਰੀ ਚਿੱਠੀ ਸਤਿਗੁਰਾਂ ਨੂੰ ਲਿਖੀ, ਜਿਹਦੇ ਵਿੱਚ ਸਤਿਗੁਰਾਂ ਨੂੰ ਔਰੰਗਜ਼ੇਬ ਦਾ ਮਿਹਣਾ ਮਾਰਿਆ ਕਿ ਉਹ ਦਿਨ ਭੁੱਲ ਗਏ ਜਦੋਂ ਔਰੰਗਜ਼ੇਬ ਨੇ ਤੁਹਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ। ਇਸ ਤਰੀਕੇ ਦੇ ਮਿਹਣੇ ਸਤਿਗੁਰਾਂ ਨੂੰ ਮਾਰੇ। ਅੱਗੋਂ ਸਤਿਗੁਰਾਂ ਨੇ ਵੀ ਚਿੱਠੀ ਦਾ ਜਵਾਬ ਲਿਖ ਕੇ ਭੇਜਿਆ ਕਿ ਉਸ ਸਮੇਂ ਸਾਡੇ ਪਿਤਾ ਤੁਹਾਡੇ ਤਿਲਕ ਤੇ ਜੰਜੂ ਲੈ ਰਹੇ ਸਨ, ਤੁਹਾਡੀ ਰਾਜਪੂਤਾਨੀ ਸ਼ਾਨ ਉਦੋਂ ਔਰੰਗਜ਼ੇਬ ਦੇ ਪੈਰਾਂ ਦੀ ਰਖੇਲ ਬਣ ਗਈ ਸੀ। ਜਦੋਂ ਕਸ਼ਮੀਰ ਦੇ ਪੰਡਤਾਂ ਦੇ ਉੱਪਰ ਜ਼ੁਲਮਾਂ ਦੇ ਕਹਿਰ ਟੁੱਟੇ ਸਨ, ਉਦੋਂ ਸਾਡੇ ਸਤਿਗੁਰਾਂ ਨੇ ਇਹਨਾਂ ਹਿੰਦੀਆਂ ਦੀ ਪੱਤ ਤੇ ਲਾਜ ਰੱਖੀ ਸੀ, ਮਨੁੱਖਤਾ ਦੀ ਭਲਾਈ ਵਾਸਤੇ ਸ਼ਹਾਦਤ ਦਿੱਤੀ ਸੀ। ਸੋ ਜੰਗ ਦਾ ਐਲਾਨ ਹੋ ਚੁੱਕਾ ਸੀ। ਉਧਰ ਰਾਜੇ ਭੀਮ ਚੰਦ ਦੀ ਮਦਦ ਉੱਪਰ 16 ਰਿਆਸਤਾਂ ਦੇ ਰਾਜੇ ਆ ਚੁੱਕੇ ਸਨ। 16 ਰਿਆਸਤਾਂ ਦੇ, ਜਿਨ੍ਹਾਂ ਦੇ ਵਿੱਚੋਂ ਹਰੀ ਚੰਦ ਹੰਡੂਰੀਆ, ਕਿਰਪਾਲ ਚੰਦ ਕਟੋਚੀਆ, ਰਾਜਾ ਧਰੂਵਦੇਵ, ਰਾਜਾ ਗਾਜੀ ਚੰਦ ਚੰਦੇਲੀਆ ਇਤਿਆਦ। ਇਸ ਤੋਂ ਇਲਾਵਾ ਭੀਖਣ ਖਾਂ, ਹਯਾਤ ਖਾਂ ਅਤੇ ਨਜਾਬਤ ਖਾਂ, ਇਹ 100 ਪਠਾਨਾਂ ਦਾ ਜਥਾ ਲੈ ਕੇ ਰਾਜੇ ਭੀਮ ਚੰਦ ਦੀ ਫੌਜ ਵਿੱਚ ਆ ਚੁੱਕੇ ਸਨ। ਜੰਗ ਦਾ ਐਲਾਨ ਹੋਇਆ। ਇਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਕੋਈ ਘਟ ਨਾ ਕੀਤੀ। ਸਤਿਗੁਰਾਂ ਦੀ ਭੂਆ ਦੇ ਪੁੱਤਰ, ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਭਰਾ ਸਤਿਗੁਰਾਂ ਦੀ ਭੂਆ ਦੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਧੀ ਬੀਬੀ ਵੀਰੋ, ਬੀਬੀ ਵੀਰੋ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਭੈਣ ਜੀ ਸਨ। ਬੀਬੀ ਵੀਰੋ ਜੀ ਦੇ 5 ਪੁੱਤਰ ਸਨ, ਜਿਨ੍ਹਾਂ ਵਿੱਚੋਂ 2 ਪੁੱਤਰ ਬਾਬਾ ਸੰਗੋ ਸ਼ਾਹ ਤੇ ਬਾਬਾ ਜਤੀਮਲ ਸਤਿਗੁਰਾਂ ਦੀਆਂ ਫੌਜਾਂ ਦੀ ਅਗਵਾਈ ਕਰ ਰਹੇ ਸਨ। ਮਹਾਰਾਜ ਨੇ ਵੀ ਜਦੋਂ ਇਹ ਵੇਖਿਆ ਕਿ ਜੰਗ ਦਾ ਐਲਾਨ ਹੋ ਚੁੱਕਾ, ਉਸ ਸਮੇਂ ਰਾਜਾ ਮੇਦਨੀ ਪ੍ਰਕਾਸ਼ ਨੇ ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਤੁਸੀਂ ਪੌਂਟਾ ਸਾਹਿਬ ਵਿਖੇ ਆਓ। ਸਤਿਗੁਰਾਂ ਨੇ ਉਦੋਂ ਪੌਂਟਾ ਸਾਹਿਬ ਵਸਾਇਆ। ਪੌਂਟਾ ਸਾਹਿਬ ਦੀ ਧਰਤੀ ਤੋਂ
गुरु कलगीधर पातशाह महाराज 12-13 किलोमीटर दक्षिण पिंड है भंगाणी। भंगाणी दे खुले ते रड़े मैदान विच सतगुरां ने मोर्चे नियत कर दिते कि राजे भीम चंद की अगवाई विच जिहड़ियां 16 रियासतां दी फौज आ रही है, सारी फौज का स्वागत किया जाए। सतगुरां दी फौज की अगवाई कर रहे बाबा जती मल, बाबा संगो शाह सतगुरां दी भूआ दे पुत्र। उधरों राजे भीम चंद ने हल्ला कर दिता, दोवां पासियों नरसिंगे वजे, दोवां धिरां ने नगारे खड़काए। एक पासे जयदेवां दे नारे, एक पासे सत श्री अकाल दे जकारे। धरती अते आसमान दा पाड़ गूंज उठिया। सतगुरां दी 5000 फौज मैदाने जंग विच शोभा पा रही सी। सतगुर जी मैदाने जंग विच सारी देख रेख आप कर रहे सन अते एक उच्ची टिब्बी ते खलो करके सारी ही जंग दा वेरवा देख रहे सन। सब तो पहला राजे भीम चंद ने हयात खान नूं भेजिया। हयात खान महंत कृपाल दास दे हत्थों मारिया गया। उस तो बाद नजाबत खान आया। नजाबत खान माफ करना, उस तो बाद गाजी चंद चंदेलिया आया। गाजी चंद चंदेलिया बाबा संगो शाह दे हत्थों मारिया गया। उस तो बाद बाबा जतीमल दे नाल नजाबत खान दा युद्ध होया। नजाबत खान दे साथी बाबा जतीमल दे हत्थों मारे गए। अंत लड़दियां लड़दियां बाबा संगो शाह ते नजाबत खान आमो सामने आए। सांझे वार नाल दोवें सूरमे एक दूजे नूं मार करके रणभूमि दे काम आए। बाबा संगो शाह जी शहीद हो गए। फिर बाबा जतीमल जी शहीद होए। अंत जदों बाबा संगो शाह ते जतीमल शहीद होए, तिन्हां दी शहादत वेख करके गुरु कलगीधर पातशाह महाराज नीले घोड़े ते सवार हो करके आप सिख फौजां की अगवाई करने वास्ते मैदाने जंग विच आ चुके सन। गुरु कलगीधर पातशाह महाराज नीले दे शाह असवार, जिन्हां दियां बाहां विच हज़ारां पर्वतां दा बल सी, जिन्हां दे सीने विच हज़ारां समुंदरां दा जल ठाठा मार रहा सी, नेत्र अंगियारियां वांग भख रहे सन। पातशाह महाराज जी दे सामने भीखण खां आया। महाराज ने तलवार दी धार लंघा दिता। राजे भीम चंद ने ललकार ललकार के अपने जरनैल सतगुरां दे सामने भेजे ते सतगुर जी इउं वाढी पा रहे सन जिवें किसी दरिया दा वहण टुटा होवे ते दरिया दे टुटे हुए वहण दे सामने किसी रुख बूटे दी कोई औकात नहीं। दरिया दे वहण दे सामने वड्डे वड्डे रुख रुड़ जाया करते हैं, वड्डे वड्डे बूटे वह जाया करते हैं। सतगुर जी जिधर भी जाते अपनी फौज नूं लै करके सत्थर विछा देंदे। अंत राजा भीम चंद विचलियां पालां विचों सब तो पिछे होके खलो गया। हुण उन्हें आखिरी हथियार वरतना चाहया कि जे आखिरी हथियार वरतां ते जंग दा फैसला हो जाए। दोवें धिरां ऐन कंढे ते पहुंच गईयां जंग दा फैसला करन वास्ते। इधर सतगुरु अपनी फौज की अगवाई करते हुए ऐन पहाड़ियां दे मोर्चियां दे कोल पहुंच गए। पहाड़ी राजियां दी फौज की हिम्मत ना पए कि सतगुरां दे नाल हुण कोई जरनैल टाकरा कर सके, ज्यादातर मारे जा चुके सन। हुण इन्हां पहाड़ दियां इन्हां 16 रियासतां 16 राजियां दे विचों एक बहुत तगड़ा जरनैल सी राजा हरीचंद हंडूरिया। राजा हरीचंद हंडूरिया ਜਿਹੜਾ पहाड़ दे इलाके विच मन्निया परमन्निया तीर अंदाज सी, मन्निया परमन्निया तीर अंदाज शस्त्रबाज। राजे भीम चंद ने आख्या हुण जां हन्ने जां बन्ने जां आर जां पार। उन्हें धौण घुमा के पिछे अपने जरनैलों वाल देखिया, उहदी निगाह हरीचंद हंडूरीए ते पई। उन्हें आख्या कहंदा हरीचंदा सानू तेरे ते माण है, तेरे वर्गा तीर अंदाज अज तक साडी कौम विच पैदा नहीं होया। तैनू असीं पांडु पुत्र दे राजे उस पांडव अर्जन दा तेनू भरा मनदे आ, तेरे वर्गा तीर अंदाज कोई नहीं। अज मन्नीए तां जे वो सिखां दे 22-23 साल दे गुरु नू अपनी तीर अंदाजी दे नाल जमीन ते सुट दे, सारी उम्र तेरा जस गाइए, सारी उम्र तेरी वाह वाही करिए। ओ सामने 22-23 साल दा सिखां दा नौजवान गुरु जे ओदे नाल अज ये मुकाबला कर लें ते सारी उम्र तेरा जस गाइए। राजे भीम चंद ने वंगारिया। भीम चंद की वंगार सुन के हरीचंद घोड़े ते सवार ललकारे मारदा होया, नारे लाउंदा होया गुरु कलगीधर पातशाह महाराज जी के सामने आ चुका। हुण टक्कर देखो, एक पासे मानव, एक पासे महामानव अकाल पुरख का स्वरूप गुरु कलगीधर पातशाह। राजे हरीचंद हंडूरीए की हिम्मत की भी दाद देनी पएगी, जेड़ा खुद गुरु कलगीधर पातशाह जी के मुकाबले ते आण खलोता सी। राजे हरीचंद ललकारे मारदा होया सतगुरां दे सामने आया, महाराज नू वंगारिया राजे
हरी चंद ने वंगार के पहला तीर छड्डिया सतगुरां दे नीले घोड़े की काठी नूं जा लगा, शरीर नूं ना छोया। जदों पहला वार खाली गया, पातशाह जी ने फरमाया हरी चंदा जिन्ने वार करने वार लै, जिन्ने वार करने कर ला, किते तेरे दिल की सदर तेरे दिल च ना रह जावे, क्योंकि साडा कीता होया वार फिर खाली नहीं जाना। हरी चंद ने पहला वार किया, घोड़े की काठी नूं जा लगा। दूसरा वार किया, सतगुरां दे कंन नूं छूह के लंघिया। इतिहासकार दसदे ने वार एडा मारू सी कि सतगुरां दे दस्तार दे पेचां नूं चीर के लंघिया। दूजा वार हरी चंद भी कोई आम नहीं सी, बहुत वड्डा तीर अंदाज सी, पर उधर मुकाबला भी फिर गुरु कलगीधर पातशाह महाराज नाल सी, किसी आम बंदे नाल नहीं सी। दो तीर नाकाम गए, अंत लोहा लाखा होकर के अपना तीर कढ़िया, तंदी नूं टनकार लाई, सतगुरां दी छाती वल निशाना टका के तीर छड्डिया, जो सतगुरां दे पेट विच लगा। पेट नूं बधी हुई जो चम दी पेटी सी, उहदे विच अद्धा इंच धस गया। सतगुरां दे शरीर नूं तीर खुब्बा, खून वह तुरिया। जदों तीर लगा, पातशाह ने फरमाया जबै बाण लागे हो तबै रोस जागे हो, तबै ताक बानन। जबै बाण लागे हो तबै रोस जागे हो, तबै ताक बानन। करन नै कमानन हरी चंद मारे सो जोधा लताड़े। सतगुरां दे तीर लगा, महाराज जी दे वीर रस ने उछाला खादा, नाल ही हाथ विच फड़ी हुई रत पीनी तलवार सतगुरां ने म्यान विच पाई, मोढे तो कमान लाई, तंदी चाड़ के तंदी नूं टनकार लाई। स्वर्णमुखी तीर भत्थे चों कढ़िया, तंदी ते चाड़ के सतगुरां ने घोड़े दियां रकाबां ते भार पा के तंदी ते तीर चाड़ के हरीचंद नूं वंगारिया। राजे हरीचंद नूं ललकारिया, ललकार के सतगुरां ने आख्या, कहंदे हरीचंदा तू अपनियां फौजां दा जरनैल है। साध संगत मनोबिरतियां एकागर करके रखिए ते सतगुरां दे इस चोज नूं, सतगुरां दे इस कौतक नूं सुनन दा ते आनंद मानन दा यतन करिए। गुरु कलगीधर सच्चे पातशाह महाराज जी ने स्वर्णमुखी तीर नूं तंदी ते चाड़ के हरीचंद नूं ललकार के संबोधन हो के आख्या, कहंदे हरीचंदा तू अपनियां फौजां दा जरनैल, तेरे ते तेरी कौम नूं तेरे कबीले नूं मान। तू 3 वार साडे दे कीते ने, अज एक वार साडा भी लैंदा जा, क्योंकि 3 वार करके हरीचंद मैदाने जंग विचों भजन लगा सी। सतगुरां ने घोड़े नूं अड्डी ला के अगों दी घेरिया, ललकार के आख्या, कहंदे हरीचंदा तू 3 वार कीते ने, एक वार साडा भी लैंदा जा। आ तैनूं दसीए योधे ते सूरमे तीर ऐदां नहीं, तीर है ऐदां।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰਾਂ ਦੇ ਇੱਕ ਤੀਰ ਨੇ ਹੀ ਜੰਗ ਦਾ ਫੈਸਲਾ ਕਰ ਦਿੱਤਾ। ਇੱਕੋ ਤੀਰ ਰਾਜੇ ਹਰੀਚੰਦ ਦੇ ਸਰੀਰ ਵਿੱਚੋਂ ਕਾਨੀ ਸਮੇਤ ਪਾਰ ਹੋਇਆ। ਰਾਜਾ ਹਰੀਚੰਦ ਜ਼ਮੀਨ ਤੇ ਡਿੱਗਾ। ਉਹਨੂੰ ਜ਼ਮੀਨ ਤੇ ਡਿੱਗੇ ਨੂੰ ਦੇਖ ਕਰਕੇ ਸਭ ਤੋਂ ਪਹਿਲਾਂ ਉਹਦੀ ਫੌਜ ਦੌੜੀ। ਉਸ ਤੋਂ ਬਾਅਦ ਬਾਕੀ ਰਿਆਸਤਾਂ ਦੇ ਨਾਲ ਸੰਬੰਧਿਤ ਫੌਜ ਵੀ ਮੈਦਾਨੇ ਜੰਗ ਵਿੱਚੋਂ ਪੱਤਰੇ ਵਾਚ ਗਈ। ਤੇ ਸਾਧ ਸੰਗਤ ਜੀ, ਦੁਨੀਆ ਦੀ ਸਿਰਫ ਇੱਕੋ ਕੌਮ ਦੇ ਹਿੱਸੇ ਗੱਲ ਆਈ ਹੈ ਕਿ ਬਿਨਾਂ ਆਗੂ ਤੋਂ ਯੁੱਧ ਕਰਨਾ। ਮੈਦਾਨੇ ਜੰਗ ਵਿੱਚ ਰਾਜਾ ਹਰੀਚੰਦ ਮਰਿਆ। ਹਰੀਚੰਦ ਦੀ ਮੌਤ ਤੋਂ ਬਾਅਦ ਸਾਰੇ ਹੀ ਸਿਪਾਹੀਆਂ ਦੇ ਪੈਰ ਉਖੜ ਗਏ। ਹੁਣ ਦੁਨੀਆ ਦੇ ਇਤਿਹਾਸ ਵਿੱਚ ਸਿਰਫ ਤੇ ਸਿਰਫ ਇੱਕੋ ਇੱਕ ਕੌਮ ਹੈ। ਤੁਸੀਂ ਆਖੋਗੇ ਕਿ ਢਾਡੀ ਸਿੰਘ ਸਿੱਖ ਕੌਮ ਦਾ, ਤੇ ਇਹ ਗੱਲ ਵਧਾ ਚੜਾ ਕੇ ਦੱਸ ਰਹੇ। ਦੁਨੀਆ ਦਾ ਇਤਿਹਾਸ ਪੜ੍ਹੋ। ਦੁਨੀਆ ਦੀਆਂ ਜਿਹੜੀਆਂ ਜੰਗਜੂ ਕੌਮਾਂ ਨੇ, ਜੰਗਜੂ ਕੌਮਾਂ ਦੇ ਵਿੱਚੋਂ ਸਿੱਖ ਇੱਕ ਅਜਿਹੀ ਕੌਮ ਹੈ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ ਦੀ ਕੈਮੀ ਤੱਕ ਦਾ ਜਿਹੜਾ ਇਤਿਹਾਸ ਸੀ, ਜਿਹਨੂੰ ਅਸੀਂ 18ਵੀਂ ਸਦੀ ਦਾ ਮਿਸਲਾਂ ਦਾ ਇਤਿਹਾਸ ਕਹਿੰਦੇ ਆ, ਇਹ ਸਾਰਾ ਇਤਿਹਾਸ ਹਰੇਕ ਸਿੱਖ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ, ਜਦੋਂ ਨਾਦਰ ਸ਼ਾਹ ਨੇ ਪੁੱਛਿਆ ਜ਼ਕਰੀਆ ਖਾਨ ਨੂੰ ਕਿ ਇਹ ਲੰਮੇ ਲੰਮੇ ਦਾੜਿਆਂ ਵਾਲੇ ਲੰਮੇ ਲੰਮੇ ਕੇਸਾਂ ਵਾਲੇ ਕੌਣ ਨੇ, ਇਹਨਾਂ ਦਾ ਆਗੂ ਕੌਣ ਹੈ? ਜ਼ਕਰੀਆ ਖਾਨ ਨੇ ਆਖਿਆ, ਕਹਿੰਦਾ ਸ਼ਹਿਨशाह ਖੁਦ ਹੀ ਕੋ ਭਾਖਤ ਕਾਨ ਨਾ ਕਾਹੂ ਕੀਏ ਰਾਖਤ। ਜਿਹੜਾ ਵੀ ਸਿੱਖ ਘੋੜੇ ਦੀ ਕਾਠੀ ਤੇ ਬਹਿੰਦਾ ਉਹ ਸ਼ਹਿਨशाही ਆ, ਉਹ ਬਾਦਸ਼ਾਹੀ ਆ। ਤੇ ਇੱਕ 19ਵੀਂ ਸਦੀ ਦੇ ਇਤਿਹਾਸ ਨਾਲ ਸੰਬੰਧਿਤ ਵੱਡੀ ਜੰਗੀ ਮਿਸਾਲ ਮਿਲਦੀ ਹੈ ਜਦੋਂ ਬ੍ਰਿਟਿਸ਼ ਐਂਗਲੋ ਸਿੱਖ ਵਾਰ, ਜਦੋਂ ਫਸਟ ਜਿਹੜੀ ਅੰਗਰੇਜ਼ਾਂ ਦੀ ਅਤੇ ਸਿੱਖਾਂ ਦੀ ਪਹਿਲੀ ਜੰਗ ਹੋਈ, ਉਸ ਪਹਿਲੀ ਜੰਗ ਦੀ ਜਿਹੜੀ ਅੰਤਲੀ ਝੜਪ ਸੀ, ਜਿਹਨੂੰ ਸਭਰਾਵਾਂ ਦੀ ਜੰਗ ਆਖਿਆ ਜਾਂਦਾ, ਜੋ ਸ਼ਾਹ ਮੁਹੰਮਦ ਨੇ ਜੰਗਨਾਮਾ ਵੀ ਲਿਖਿਆ। ਪੰਜਾਬੀ ਇਲੈਕਟਿਵ ਦਾ ਜਿਹੜਾ ਸਿਲੇਬਸ ਆ ਉਹਦੇ ਵਿੱਚ ਜੰਗਨਾਮਾ ਪੰਜਾਬ ਸਰਕਾਰ ਨੇ ਹੁਣ ਜਿਹੜਾ ਉਹ ਸ਼ਾਮਲ ਵੀ ਕੀਤਾ, ਸ਼ਾਹ ਮੁਹੰਮਦ ਦਾ ਜੰਗਨਾਮਾ, ਜਿਹਦੇ ਵਿੱਚ ਅੰਗਰੇਜ਼ਾਂ ਤੇ ਸਿੰਘਾਂ ਦੀ ਜੰਗ ਦਾ ਬਿਰਤਾਂਤ। ਉਸ ਸਭਰਾਵਾਂ ਦੇ ਮੈਦਾਨ ਵਿੱਚ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸ਼ਹੀਦ ਹੋ ਗਿਆ, ਉਧਰ ਅੰਗਰੇਜ਼ਾਂ ਕੋਲੋਂ ਤੋਪਾਂ ਤੇ ਬੰਦੂਕਾਂ ਸਨ, ਸਿੱਖਾਂ ਦੇ ਕੋਲ ਸਿਰਫ ਤੇ ਸਿਰਫ ਆਪਣੇ ਗਾਤਰੇ ਪਾਉਣ ਵਾਲੀਆਂ ਸ਼੍ਰੀ ਸਾਹਿਬਾਂ ਨੂੰ ਹੱਥ ਵਿੱਚ ਲੈ ਕਰਕੇ ਆਧੁਨਿਕ ਹਥਿਆਰਾਂ ਨਾਲ ਲੈਸ ਅੰਗਰੇਜ਼ਾਂ ਨਾਲ ਯੁੱਧ ਕੀਤਾ। ਜਦੋਂ 7 ਗੋਲੀਆਂ ਖਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਵੀ ਸ਼ਹੀਦ ਹੋਇਆ, ਉਹਦੀ ਸ਼ਹਾਦਤ ਤੋਂ ਬਾਅਦ ਵੀ ਸਿੱਖ ਸਿਪਾਹੀ ਖਾਲਸਾ ਰਾਜ ਦੇ ਸਿਪਾਹੀ ਲੜਦੇ ਰਹੇ। ਤਾਈਓ ਤਾਂ ਸ਼ਾਹ ਮੁਹੰਮਦ ਨੇ ਲਿਖਿਆ, ਕਹਿੰਦਾ ਆਈਆਂ ਪੜਤਲਾਂ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ। ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਹੱਲੇ 3 ਫਰੰਗੀ ਦੇ ਮੋੜ ਸੁੱਟੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਸੁੱਟੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ। ਪਰ ਕਹਿੰਦਾ ਫਰਕ ਕਿੱਥੇ ਪਿਆ? ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਬੰਦੇ ਉੱਡਦੇ ਨਾਲ ਨੇ, ਗੋਲਿਆਂ ਦੇ ਹਾਥੀ ਢਹਿੰਦੇ ਸਣੇ ਅੰਬਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉੱਥੇ ਤਾਂ ਸਿੱਖਾਂ ਦੇ ਸਿਰ ਤੇ ਕੋਈ ਸਰਕਾਰ ਨਹੀਂ ਸੀ, ਪਰ ਅੱਜ ਭੰਗਾਣੀ ਦੇ ਮੈਦਾਨ ਵਿੱਚ ਸਿੱਖਾਂ ਦੇ ਸਿਰ ਤੇ ਸੱਚੀ ਸਰਕਾਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੱਥ ਸੀ। ਇੱਥੇ ਮੈਦਾਨ ਵੀ ਸਿੱਖਾਂ ਦਾ ਸੀ, ਫਤਿਹ ਵੀ ਸਿੱਖਾਂ ਦੀ ਸੀ, ਤੇ ਸਭ ਕੁਝ ਜਿੱਤ ਦੇ ਜਕਾਰੇ ਵੀ ਇੱਥੇ ਸਿੱਖਾਂ ਦੇ ਸੀ। ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਸਿੱਖਾਂ ਨੇ, ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਪਾਤਸ਼ਾਹ ਦੇ ਜੀਵਨ ਇਤਿਹਾਸ ਦੀ ਪਹਿਲੀ ਜੰਗ ਭੰਗਾਣੀ ਦੀ ਜੰਗ, ਜਿਸ ਦਾ ਵਰਣਨ ਆਪ ਸਭ ਨੇ ਸਰਵਣ ਕੀਤਾ। ਹਰੀਚੰਦ ਦੀ ਮੌਤ ਨਾਲ ਜੰਗ ਦਾ ਫੈਸਲਾ ਹੋ ਗਿਆ। ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਪਹਿਲੀ ਜੰਗ ਤੇ ਪਹਿਲੀ ਫਤਿਹ ਯਾਬੀ ਸੀ। ਇੱਥੇ ਹੀ ਸਤਿਗੁਰਾਂ ਨੇ ਫਤਿਹ ਦਾ ਜੋ ਨਾਰਾ ਹੈ ਸਿੱਖ ਕੌਮ ਨੂੰ ਬਖਸ਼ਿਸ਼ ਕੀਤਾ। ਜਦੋਂ ਸਿੱਖਾਂ ਫਰਮਾਇਆ ਸਤਿਗੁਰ ਜੀ ਤੁਹਾਡੀ ਫਤਿਹ ਹੋਈ, ਪਾਤਸ਼ਾਹ ਨੇ ਆਖਿਆ ਫਤਿਹ ਸਾਡੀ ਨਹੀਂ, ਫਤਿਹ ਵਾਹਿਗੁਰੂ ਦੀ ਹੈ, ਕਿਉਂਕਿ ਖਾਲਸਾ ਵੀ ਵਾਹਿਗੁਰੂ ਦਾ। ਹਾਲਾਂਕਿ ਉਦੋਂ ਖਾਲਸਾ ਪੰਥ ਦੀ ਸਾਜਨਾ ਨਹੀਂ ਸੀ ਹੋਈ, ਇਹ ਘਟਨਾ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੀ ਹੈ, ਪਰ ਸਤਿਗੁਰਾਂ ਨੇ ਸਿੱਖ ਸੰਗਤ ਨੂੰ ਖਾਲਸਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਪਾਤਸ਼ਾਹ ਨੇ ਫਰਮਾਇਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੈ। ਖਾਲਸਾ ਵੀ ਵਾਹਿਗੁਰੂ ਦਾ, ਫਤਿਹ ਵੀ ਵਾਹਿਗੁਰੂ ਦੀ ਆ। ਆਓ ਸਾਧ ਸੰਗਤ ਜੀ ਸਤਿਗੁਰਾਂ ਦੇ ਅਦਬ ਨੂੰ ਸੀਸ ਝੁਕਾਈਏ, ਅੰਤ ਸਮਾਪਤੀ ਦੀ ਫਤਿਹ ਅਰਜ਼ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਢਾਡੀ ਸਿੰਘਾਂ ਤੋਂ ਆਨੰਦ ਸਾਹਿਬ ਦਾ ਪਾਠ ਸਰਵਣ ਕਰੀਏ ਤੇ ਫਤਿਹ ਅਰਜ਼ ਕਰੀਏ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।